खन्ना। ਅੱਜ 14 ਫਰਵਰੀ ਹੈ ਜੀ 2022 ਹੈ ਔਰ ਅੱਜ ਅਸੀਂ ਡਿਸਟ੍ਰਿਕਟ ਸੈਸ਼ਨ ਕੋਰਟ ਜਿਹੜੇ ਚੈਂਬਰਸ ਹੈਗੇ ਚੈਂਬਰ ਲਾਇਰਸ ਚੈਂਬਰ ਕੰਪਲੈਕਸ ਦੇ ਵਿੱਚ ਹੈਗੇ ਆ ਜੀ। ਔਰ ਅੱਜ ਦਾ ਜਿਹੜਾ ਮੇਰਾ ਸਪੈਸ਼ਲ ਇਹ ਲਾਈਵ ਹੋਣ ਦਾ ਇੱਕ ਪਰਪਸ ਹੈ ਜੀ, ਅਸੀਂ ਆਪਣੇ ਹੁਣ ਵਕੀਲ ਭਾਈਚਾਰੇ ਨੂੰ ਅਸੀਂ ਹਮੇਸ਼ਾ ਹੀ ਅੱਗੇ ਰੱਖਦੇ ਹਾਂ, ਸਾਡੀ ਇੱਕ ਫੈਮਿਲੀ ਪਰਿਵਾਰ ਆ ਜੀ। ਤੇ ਅੱਜ ਮੈਂ ਆਇਆ ਜੀ ਸਾਡੇ ਡਿਸਟ੍ਰਿਕਟ ਬਾਰ ਜਿਹੜੀ ਲਾਇਰਸ ਚੈਂਬਰ ਕੰਪਲੈਕਸ ਪਾਰਟ 1 ਦੇ ਵਿੱਚ ਚੈਂਬਰ ਨੰਬਰ 869 मैं गल कर रहा जी साडे बड़े सत्कारयोग वड्डे भरा ठीक है जी श्री परोपकार सिंह घुम्मन जी का, जो कि साडे एक्स वाइस चेयरमैन है जी पंजाब हरियाणा बार कौंसल दे, और प्रेजिडेंट है जी शिरोमणी अकाली दल दे, और जनरल सैकटरी है जी शिरोमणी अकाली दल दे, और साडे किन्नी वारी साडे डिस्ट्रिक्ट बार एसोसीएशन के प्रधान भी रह चुके हैं। मैं घुम्मन साहब तुहाडा सत श्री अकाल जी, बहुत शुक्रिया करदा जी कि तुसीं यू हैव गिवन द टाइम स्पैशली फॉर दी दिस लाइव जी हैगी है वो वास्ते। तो मैं एक घुम्मन साहब थोड़ी एक शख्सियत जी होंगी है जी जो आई हैव ऑब्जर्व, आई एम प्रैक्टिसिंग हेयर ठीक है जी, मैं 10 सालों तो फॉलो कर रहा थोड़ा जी शख्सियत जो यंग जो एडवोकेट्स है साढ़े वाई दे आर फॉलो यू, यानी वो क्या वजह है, थोड़ा जिहा तुसीं अपना पहला थोड़ी बहुत जानकारी दो जी जो साढ़े लाइव व्यूअर्स है उन्होंने दसो थोड़ा जिहा। योगेश जी धन्यवाद। सब तो पहले मैं प्रधानगी की गल करते हो, मैं सिर्फ लीगल विंग का प्रधान हाँ, श्रोमणी अकाली दल का प्रधान नहीं है। श्रोमणी अकाली दल के लीगल विंग का जनरल सैकटरी मैं जरूर है श्रोमणी अकाली दल का, जो कि सर सुखबीर सिंह बादल जी ने बनाया है जी। जिथे मैं अपनी गल करा या गल करा यंग लॉयर्स की गल करा, ये फॉलो नहीं करते है, प्यार करते हैं। वेरी गुड। मैनू लाइक मैं उन्होंने प्यार करता, मैं सारी लॉयर कम्यूनिटी को प्यार करता, क्योंकि साडी भी ਇਹ ਵਾਲੀ ਹੈਗੀ ਹੈ ਥਰਡ ਜਨਰੇਸ਼ਨ ਹੈਗੀ ਹੈ ਪ੍ਰੋਫੈਸ਼ਨ ਦੇ ਵਿੱਚ। ਤੇ ਵਟ ਓਵਰ ਅ ਪੀਰੀਅਡ ਆਫ ਟਾਈਮ ਮੈਂ ਦੇਖਿਆ ਹੈਗਾ ਕਿ ਇਹ ਪਰਿਵਾਰ ਹੈ। ਓਕੇ। ਇਹ ਪਰਿਵਾਰ ਦੇ ਵਿੱਚ ਤੁਹਾਨੂੰ ਛੋਟਾ ਹੋਵੇ ਵੱਡਾ ਹੋਵੇ, ਜਦੋਂ ਅਸੀਂ ਜੁਆਇਨ ਕਰ ਲੈਂਦੇ ਹਾਂ ਤਾਂ ਕੁਲੀਗ ਬਣ ਜਾਂਦੇ ਹਾਂ। ਸਾਡੇ 'ਚ ਕੋਈ ਛੋਟਾ ਵੱਡਾ ਨਹੀਂ ਬਣਦਾ ਹੈਗਾ, ਅਸੀਂ ਕੁਲੀਗ ਹੈਗੇ ਹਾਂ। ਰਾਈਟ ਰਾਈਟ। ਉਹ ਕੁਲੀਗ ਦੇ ਵਿੱਚ ਫਿਰ ਪਰਿਵਾਰ ਦੇ ਨਾਲ ਖੜਨਾ ਪੈਂਦਾ ਪਿਆਰ, ਜੇ ਉਹਨਾਂ ਕੋਈ ਪ੍ਰੋਬਲਮ ਆਵੇ ਤਾਂ ਪ੍ਰੋਬਲਮ ਖੜੋ। ਮੈਂ ਕੋਈ ਪ੍ਰਧਾਨ ਹੋਵਾਂ ਨਾ ਹੋਵਾਂ, ਲੇਕਿਨ ਸ਼ੁਰੂ ਤੋਂ ਹੀ ਇੱਕ जज्बा रहा है, क्योंकि मैं देखा कि यंग लॉयर्स इतने बहुत इग्नोर होते रहे। ओके जी। बीइंग अ यंग लॉयर, हालांकि मैं वाज अ जनरेशन सेकंड जनरेशन लॉयर ओवर हियर, लेकिन मैं देखा कि इतने ਜਿਹੜੇ ਸਾਡੇ ਸੀਨੀਅਰ ਸੀਗੇ ਜਾਂ ਸਾਡੇ ਤੋਂ ਪਹਿਲੇ ਸਾਡੇ ਸੀਨੀਅਰ ਕੁਲੀਗਸ ਹੈਗੇ ਹੈ, ਉਹ ਯੰਗ ਲਾਇਰਸ ਨੂੰ ਟ੍ਰੀਟ ਕਰਦੇ ਸੀ ਐਜ਼ ਇਫ ਉਹਨਾਂ ਦਾ ਕੋਈ EMPLOYEE ਹੈ। ਓਕੇ ਠੀਕ ਹੈ, ਬਟ ਇਹ ਸਿਨੈਰੀਓ ਚੇਂਜ ਹੋਇਆ। ਓਕੇ ਜੀ। ਤੇ ਜਿੰਨੇ ਸਾਡੇ ਲਾਇਰ ਬ੍ਰਦਰਹੁੱਡ ਹੈ, ਵੈਨ ਆਈ ਬਿਕੇਮ ਦੀ ਸੈਕਟਰੀ ਆਫ ਦੀ ਬਾਰ ਫॉर द फर्स्ट टाइम, ਤੇ ਮੈਂ ਸਾਰੇ ਆਪਣੇ ਭਾਈਚਾਰਾ ਚਾਹੇ ਬੜਾ ਸੀ ਚਾਹੇ ਸੀਨੀਅਰ ਚਾਹੇ ਜੂਨੀਅਰ ਸੀਗਾ ਉਹਨੂੰ ਨਾਲ ਲੈ ਕੇ ਚੱਲਿਆ, ਤੇ ਉਹਨਾਂ ਨੂੰ ਮੈਂ ਬੇਨਤੀ ਲਾਉਂਦਾ ਰਿਹਾ ਕਿ ਸਾਡੇ ਸਿਰ ਤੋਂ ਸੀਨੀਅਰ ਨੂੰ ਕਹਿੰਦਾ ਆਸ਼ੀਰਵਾਦ ਰੱਖੋ ਤੇ ਛੋਟਿਆਂ ਨੂੰ ਕਹਿੰਦਾ ਸੀ ਕਦੇ ਪਿਆਰ ਰੱਖੋ। ਓਕੇ। ਇਹ ਇੱਕ ਪਿਆਰ ਇਦਾਂ ਦਾ ਪਲ ਗਿਆ ਕਿ ਅੱਜ ਤੱਕ ਜਿਹੜੇ ਹੈਗੇ ਜੁਆਇਨ ਜਿਹੜਾ ਪ੍ਰੋਫੈਸ਼ਨ ਕਰਦਾ ਵੈ ਉਹ ਆਊਟ ਆਫ ਲਵ ਐਂਡ ਅਫੈਕਸ਼ਨ। ਓਕੇ। ਜਿਹੜਾ ਹੈਗਾ ਵੈ ਆਊਟ ਆਫ ਰਿਸਪੈਕਟ ਤਾਂ ਮੈਂ ਬਾਅਦ ਵਰਡ ਯੂਜ਼ ਕਰੂੰਗਾ, ਆਊਟ ਆਫ ਲਵ ਐਂਡ ਅਫੈਕਸ਼ਨ, ਬਿਕੋਜ਼ ਮੈਨੂੰ ਇਹ ਕਿ ਰੈਸੀਪੋਕੇਟ ਜਿਹੜਾ ਹੈਗਾ ਇਕੁਅਲੀ ਲਵ ਐਂਡ ਅਫੈਕਸ਼ਨ ਉਹਨਾਂ ਮਿਲਦਾ ਰਿਹਾ ਤੇ ਹੁਣ ਵੀ ਕਰਦੇ ਹੈਗੇ ਆ। ਤਾਂ ਹੀ ਵਜ੍ਹਾ ਕਿ ਪਰਿਵਾਰ ਦੇ ਨਾਲ ਚੱਲੀ ਦਾ ਹੈਗਾ। ਇਹ ਮੇਰਾ ਇੱਕ ਹੋਰ ਹੈ ਕਿ ਮੈਂ ਜੋ ਮੈਂ ਪਰਸਨਲ ਮੇਰੀ ਜਿਹੜੀ ਮੈਂ ਆਈ ਫੀਲ ਠੀਕ ਹੈ ਜੀ, ਪਰਟੀਕੂਲਰ ਡਿਸਟ੍ਰਿਕਟ ਬਾਰ ਜਿਹੜੀ ਅਸੀਂ ਲੁਧਿਆਣਾ ਦੀ ਗੱਲ ਕਰੀਏ ਤੇ ਜਿੰਨੇ ਵੀ ਜਿਹੜੇ ਯੰਗ ਲਾਇਰਸ ਜਾਂਦੇ ਆ ਜੀ, ਯੂ ਵੈਦਰ ਯੂ ਆਰ ਇਨਟੂ ਦਿਸ ਐਗਜ਼ੈਕਟਿਵ ਯਾਨੀ ਪਾਰਟ ਆਫ ਦਾ ਸਾਡੀ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਔਰ ਨਾਟ, बट ਜਿਹੜਾ भी कोई अफेक्शन है यंग लायर का वो थोड़े प्रति एक ना कह लो कि नहीं यार सानू एक अच्छी गाइडेंस मिलेगी या अच्छा साडा कोई भी मसला है उत्थे सॉर्ट आउट होएगा। वाई एक की वजह की है, कोई डर है या थोड़ा प्यार है या तुसी ਜਿਹੜੇ मीन्स एक बेस ਉਹਦਾ क्रिएट ਕੀਤਾ ਹੋਇਆ ਹੈ। You will never find me threatening anybody. Oh great. मैं I always love them. ਮੇਰੀ ਬਾਬਾ ਇੱਕੋ ਗੱਲ ਹੁੰਦੀ ਹੈ ਕਿ ਮੈਂ ਜਦੋਂ ਨਵੇਂ ਸਾਡੇ ਪ੍ਰੈਕਟਿਸ ਜੁਆਇਨ ਕਰਦੇ ਆ ਲਾਇਰਸ ਤੇ ਮੈਂ ਉਹਨਾਂ ਨੂੰ ਹਮੇਸ਼ਾ ਪੋਜ਼ਿਟਿਵਿਟੀ ਦੀ ਗੱਲ ਕਰਦਾ। ਵੈਰੀ ਗੁੱਡ। ਮੈਂ ਉਹਨਾਂ ਨੂੰ ਦੱਸਦਾ ਕਿ ਤੁਸੀਂ ਆਪਣੇ ਰਾਈਟਸ ਹੀ ਲੜੋ ਔਰ ਲਾਅ ਦੀ ਗੱਲ ਕਰੀਦੀ, ਅਸੀਂ ਕਾਨੂੰਨ ਦੀ ਗੱਲ ਕਰੀਦੀ ਹੈ ਕਿ ਅਸੀਂ ਕਦੇ ਵੀ ਡਿਸਕਸ ਕਰਨਾ ਤਾਂ ਲਾਅ ਡਿਸਕਸ ਕਰੀਦਾ। ਵੈਰੀ ਗੁੱਡ। ਯੂ ਵਿਲ ਨੈਵਰ ਫਾਈਂਡ ਮੀ ਕਿ ਮੈਂ ਕੋਈ ਗੌਸਿਪ ਦੇ ਵਿੱਚ ਕਿਤੇ ਬੈਠ ਕੇ ਸੁਣਦਾ ਹਾਂ ਯੈਸ ਜਾਂ ਹਾਊਸ ਦੀ ਕੋਈ ਮੀਟਿੰਗ ਦੇ ਵਿੱਚ ਗੌਸਿਪ ਚੱਲ ਰਹੀ ਹੈ ਆਈ ਨੈਵਰ ਫਾਈਂਡ ਜਾਂ ਕਦੇ ਨੈਗੇਟਿਵਿਟੀ ਹੈਗੀ ਹੈ ਮੈਂ ਉਸ ਗੱਲ ਕਰਾਂ। ਬਿਲਕੁਲ। ਮੈਨੂੰ ਇਹ ਪਰਿਵਾਰ 'ਚ ਪੋਜ਼ਿਟਿਵਿਟੀ ਨਜ਼ਰ ਆਉਂਦੀ ਹੈ ਔਰ ਮੈਂ ਹਮੇਸ਼ਾ ਇਹੀ ਚਾਹੁੰਦਾ ਕਿ ਅਸੀਂ ਨੈਗੇਟਿਵ ਗੱਲਾਂ ਛੱਡ ਕੇ ਪੋਜ਼ਿਟਿਵਿਟੀ ਵੱਲ ਆਈਏ। ਬਿਲਕੁਲ। ਕਿਉਂਕਿ ਨੈਗੇਟਿਵਿਟੀ ਤਾਂ ਇੱਕ ਪੋਲਿਟਿਕਸ ਹੈ। ਬਿਲਕੁਲ। ਜੇ ਪੋਲਿਟਿਕਸ ਵਿੱਚ ਆਉਣਾ ਤਾਂ ਕੰਮ ਹੀ ਨੈਗੇਟਿਵ ਪੋਲਿਟਿਕਸ, ਜਿੱਥੇ ਕਿ ਤੁਸੀਂ ਲੋਕਾਂ ਦੀ ਗੱਲ ਕਰੋ ਤਾਂ ਲੋਕੀ ਤੁਹਾਨੂੰ ਤੋਲਣਗੇ। ਤੁਹਾਡੀ ਨੈਗੇਟਿਵ ਜਿਹੜੀ ਪੋਲਿਟਿਕਸ ਹੈ ਉਹਨੂੰ ਲੋਕੀ ਛੱਡਣਗੇ, ਤੁਹਾਨੂੰ ਸ਼ਨ ਕਰਨਗੇ, ਤੁਹਾਨੂੰ ਦੱਸਣਗੇ ਕਿ ਆਪਣੀ ਕੀ ਹੈਗੀ ਹੈ। ਮੈਂ ਸਮਝਦਾ ਨਾ ਲੀਗਲ ਪ੍ਰੋਫੈਸ਼ਨ ਹੈ, ਇਹਦੇ ਵਿੱਚ ਜਿਹੜੇ ਸਾਡੀ ਇਮੇਜ ਹੈਗੀ ਹੈ
ਉਹ ਅਬਵ ਪਾਰ ਹੈ, ਅਬਵ ਬੋਰਡ ਹੈਗੀ ਹੈ। Okay. ਲੋਕਾਂ ਦੇ ਵਿੱਚ ਲੋਕੀ ਬਹੁਤ ਪਿਆਰ ਦਿੰਦੇ ਆ, ਮਾਣ ਦਿੰਦੇ ਆ, ਰਿਸਪੈਕਟ ਕਰਦੇ ਹੈਗੇ ਆ। ਔਰ ਲੋਕੀ ਕਿਉਂਕਿ ਜਿਹੜਾ ਕਾਲਾ ਕੋਟ ਅਸੀਂ ਪਾਉਂਦੇ ਹੈਗੇ ਆ, ਇਹ ਸਾਡੀ ਇੱਕ ਸਕਿਨ, ਸਾਡੀ ਜਿਹੜੀ ਚਮੜੀ ਹੈਗੀ ਉਹਦਾ ਹਿੱਸਾ ਹੈ। ਓਕੇ ਇਹ ਸਾਡੀ ਆਇਡੈਂਟੀਟੀ ਹੈ। ਇਹ ਲੋਕਾਂ ਨੂੰ ਦੱਸਦੀ ਹੈ ਕਿ ਅਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਰਿਪਰੈਜ਼ੈਂਟੇਟਿਵ ਆ। ਆਲਰਾਈਟ ਠੀਕ ਹੈ ਜੀ। ਔਰ ਇਹੀ ਵਜ੍ਹਾ ਹੈਗੀ ਹੈ ਕਿ ਮੈਂ ਜਦੋਂ ਕੋਈ ਯੰਗ ਲਾਇਰਸ ਮੇਰੇ ਕੋਲ ਆਉਂਦੇ ਹੈਗੇ ਆ, ਆਈ ਕੀਪ ਗਾਈਡਿੰਗ ਦੈਮ, ਆਈ ਜਸਟ ਟੈਲ ਦੈਮ ਕਿ ਤੁਸੀਂ ਸੈਲਫ ਸਫੀਸ਼ੀਐਂਟ, ਸੈਲਫ ਰਿਲਾਇੰਟ ਕਿਵੇਂ ਹੋਣਾ ਹੈਗਾ, ਓਕੇ ਜੀ ਆਪਣੀ ਪ੍ਰੈਕਟਿਸ ਨੂੰ ਤੁਸੀਂ ਕਿਵੇਂ ਵਧਾਉਣਾ ਹੈਗਾ, ਇੰਸਟੈਡ ਆਫ ਗੌਸਪਿੰਗ ਹੇਅਰ ਐਂਡ ਦੇਅਰ ਕਿ ਕੌਣ ਮਾੜਾ ਹੈ ਕੌਣ ਚੰਗਾ ਹੈਗਾ। ਜਦੋਂ ਕੋਈ ਐਗਜ਼ੈਕਟਿਵ ਬਣ ਜਾਂਦੀ ਹੈ, ਮੈਂ ਹਮੇਸ਼ਾ ਇਹੀ ਸਮਝਦਾ ਹੁੰਦਾ ਕਿ ਐਗਜ਼ੈਕਟਿਵ ਜਿਹੜੀ ਇੱਕ ਬ੍ਰਿਜ ਹੈ ਲਾਇਰਸ ਵਿੱਚ, ਜੁਡੀਸ਼ਰੀ ਵਿੱਚ, ਲਾਇਰਸ ਵਿੱਚ, ਐਗਜ਼ੀਕਿਊਟਿਵ ਦੇ ਵਿੱਚ, ਲਾਇਰਸ ਵਿੱਚ, ਪਬਲਿਕ ਦੇ ਵਿੱਚ। ਅਸੀਂ ਬ੍ਰਿਜ ਹੁੰਦੇ ਹਾਂ ਜਿਹਦੇ ਵਿੱਚ ਕਿ ਅਸੀਂ ਆਪਣੇ ਪਰਿਵਾਰ ਦੀ ਆਵਾਜ਼ ਉਹਨਾਂ ਤੱਕ ਪਹੁੰਚਾਉਣੀ ਹੈ। ਓਕੇ ਮੇਰਾ ਇੱਕ ਸਵਾਲ ਹੈ ਕਮਲ ਸਾਹਿਬ, ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਹੈ ਕਿ ਠੀਕ ਹੈ ਜਿਹੜੇ ਗੌਸਿਪ ਦੇ ਵਿੱਚ ਨਹੀਂ ਆਮ ਨੂੰ ਆਉਣਾ ਚਾਹੀਦਾ, ਕਿ ਵੀ ਦਾ ਜਿਹੜਾ ਲੀਗਲ ਜਿਹੜੀ ਅਸੀਂ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ, ਲੋਕ ਸਾਨੂੰ ਸਾਡੇ ਤੋਂ ਸਲਾਹ ਲੈਣ ਆਉਂਦੇ ਆ ਕੋਈ ਵੀ ਦੁੱਖ ਹੁੰਦਾ, ਤੇ ਕਿਆ ਜਦੋਂ ਅਸੀਂ ਐਕਟਿਵ ਪੋਲਿਟਿਕਸ ਗੱਲ ਕਰੀਏ, ਕਿਆ ਕੋਈ ਇੱਕ ਵਕੀਲ ਜਿਹੜਾ ਹੈਗਾ, ਜਿਹੜੀ ਹੁਣ ਮੌਜੂਦਾ ਜਿਵੇਂ ਪੰਜਾਬ ਦੇ ਇਲੈਕਸ਼ਨ ਹੈ ਜੀ, ਇਸ ਟਾਈਮ ਜੋ ਚੱਲਦੇ ਪਏ ਆ, ਕਿਆ ਲੱਗਦਾ ਕਿ ਇੱਕ ਜਿਹੜਾ ਵਕੀਲ ਹੈ ਉਹ ਇੱਕ ਰਿਪਰੈਜ਼ੈਂਟ ਕਰ ਸਕਦਾ ਆਪਣੀ ਸੁਸਾਇਟੀ ਨੂੰ, ਮਹੱਲੇ ਨੂੰ, ਸਮਾਜ ਨੂੰ, ਇੱਕ ਮੈਸੇਜ ਡਰਾ ਕਰ ਸਕਦਾ? ਕਿ ਬਿਕੋਜ਼ ਲੋਕ ਕੋਈ ਵੀ ਉਹਨਾਂ ਨੂੰ ਦੁੱਖ ਤਕਲੀਫ ਹੁੰਦੀ, ਗ੍ਰੀਵੈਂਸ ਹੁੰਦੇ ਸਾਡੇ ਕੋਲ ਆਉਂਦੇ ਸਾਹਮਣੇ ਕਿ ਅਸੀਂ what we do means as a general public। ਦੇਖੋ ਮੈਂ ਨਾ ਯੋਗੇਸ਼ ਜੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਪੁਰਾਣੀ, ਚਾਹੇ ਤੁਸੀਂ ਜਵਾਹਰ ਲਾਲ ਨਹਿਰੂ ਦੀ ਗੱਲ ਕਰ ਲਓ, ਚਾਹੇ ਮਹਾਤਮਾ ਗਾਂਧੀ ਦੀ ਗੱਲ ਕਰ ਲਓ, ਚਾਹੇ ਹੋਰ ਵੀ ਜਿਹਨੇ ਪੋਲੀਟੀਸ਼ੀਅਨਸ ਗੱਲ ਕਰ ਲਓ ਜਿਹੜੇ ਪਹਿਲੇ ਹੁੰਦੇ ਸੀ, ਔਰ ਅੱਜ ਵੀ ਥਰੂ ਵਰਲਡ ਅਗਰ ਗੱਲ ਕਰੀਏ ਤਾਂ ਯੂ ਵਿਲ ਫਾਈਂਡ ਕਿ ਮੇਜੋਰਿਟੀ ਆਫ ਦੀ ਪੋਲੀਟੀਸ਼ੀਅਨ ਲਾਇਰਸ ਹੈ। ਉਹ ਵੈਰੀ ਗੁੱਡ, ਗ੍ਰੇਟ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜੇ ਲਾਇਰਸ ਹੈਗੇ ਉਹਨੂੰ ਲਾਅ ਦਾ ਪਤਾ ਸੀਗਾ। ਓਕੇ ਜੀ। ਅਸੈਂਬਲੀ ਜਾਂ ਪਾਰਲੀਮੈਂਟ ਜਿਹੜੀ ਹੈਗੀ ਹੈ, ਸਾਡੀਆਂ ਦੋ ਬੜੀਆਂ ਸੇਕਰਡ ਪਲੇਸਿਸ ਹੈ ਜਿੱਥੇ ਕਿ ਲਾਅ ਦੀ ਫਾਰਮੇਸ਼ਨ ਹੋਣੀ ਹੈ। ਸਾਡੇ ਇੱਕ ਫੈਡਰਲ ਸਿਸਟਮ ਹੈਗਾ, ਫੈਡਰਲ ਸਿਸਟਮ ਦੇ ਵਿੱਚ ਜਿਹੜੀ ਸਟੇਟ ਹੈਗੀ ਹੈ ਉਹ 'ਚ ਲੈਜਿਸਲੇਟਿਵ ਅਸੈਂਬਲੀ ਹੈਗੀ ਹੈ, MLAs ਹੈਗੇ ਹੈ, ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਤਾਂ ਕਿ ਲੋਕ ਪੱਖੀ ਕਾਨੂੰਨ ਬਣਾਏ ਜਾਣ। ਸੈਂਟਰ ਦੇ ਵਿੱਚ ਪਾਰਲੀਮੈਂਟ ਹੈਗੀ ਜਿਹਦੇ ਕਿ ਲੋਕ ਪੱਖੀ ਕਾਨੂੰਨ ਬਣਾਏ ਜਾਂਦੇ ਆ। ਅਗਰ ਲੋਕ ਪੱਖੀ ਕਾਨੂੰਨ ਨਹੀਂ ਬਣਦੇ ਤਾਂ ਤੁਸੀਂ ਕਿਸਾਨ ਅੰਦੋਲਨ ਦੇਖ ਲਿਆ, ਵਿਡਰਾਅ ਵੀ ਹੋ ਜਾਂਦੇ। ਬਿਲਕੁਲ। ਮੈਂ ਇਹ ਸਮਝਦਾ ਕਿ ਇੱਕ ਰਿਸਪੌਂਸਿਬਿਲਿਟੀ ਬੀਇੰਗ ਅ ਲਾਇਰ ਸੋਸਾਇਟੀ ਦੇ ਪ੍ਰਤੀ ਬਹੁਤ ਜ਼ਿਆਦਾ ਹੈ। ਓਕੇ। ਅਸੀਂ ਜਿੱਥੇ ਆਪਣੇ ਪ੍ਰੋਫੈਸ਼ਨ ਦੀ ਇਮੇਜ ਬਿਲਡਿੰਗ ਕਰਨੀ ਹੈ, ਆਪਣੇ ਆਪ ਦੀ ਇਮੇਜ ਬਿਲਡਿੰਗ ਕਰਨੀ ਹੈ, ਉਸ ਤੋਂ ਵੱਧ ਚੜ ਕੇ ਅਸੀਂ ਲੋਕਾਂ ਦੇ ਰਾਈਟਸ ਹੈਗੇ ਆ ਉਹਨਾਂ ਨੂੰ ਲੜ ਸਕਦੇ ਹਾਂ ਤਾਂ ਉਹਨੂੰ ਲੜਾਈ ਕਰਨੀ। ਓਕੇ। ਅਸੀਂ ਦੇਖਣਾ ਹੈਗਾ ਕਿ ਆਮ ਜਨਤਾ ਜਿਹੜੀ ਹੈਗੀ ਹੈ, ਮੇ ਬੀ ਰਿਚ, ਮੇ ਬੀ ਪੂਅਰ, ਮੇ ਬੀ ਮਿਡਲ ਕਲਾਸ, ਮੇ ਬੀ ਡਾਊਨ ਟ੍ਰੋਡਨ, ਮੇ ਬੀ ਐਨੀਥਿੰਗ, ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਬੰਦਾ ਜਿਹੜੇ ਹੈਗੇ ਆ, ਉਹਨਾਂ ਵਿੱਚ ਆਪਾਂ ਕਿਵੇਂ ਉਹਨਾਂ ਰਾਈਟਸ ਨੂੰ ਆਪਾਂ ਬਚਾ ਸਕਦੇ ਹਾਂ, ਸੇਵ ਕਰ ਸਕਦੇ ਹਾਂ। ਅਸੈਂਬਲੀ ਜਾਂ ਪਾਰਲੀਮੈਂਟ ਦਾ ਮਤਲਬ ਇਹ ਨਹੀਂ ਲੋਕਾਂ ਨੇ ਸੜਕਾਂ ਬਣਾਉਣੀਆਂ। ਓਕੇ ਜੀ। ਇੱਕ ਲੋਕਾਂ ਦਾ ਬਹੁਤ ਵੱਡਾ ਮਿੱਥ ਬਣ ਗਿਆ। ਇਹ ਮਿੱਥ ਸਾਡੇ ਜਿਹੜੇ ਅਨਪੜ੍ਹ ਪੋਲੀਟੀਸ਼ੀਅਨਸ ਆ ਉਹਨਾਂ ਨੇ ਬਣਾਇਆ। ਓਕੇ ਓਕੇ। ਅਸੀਂ ਸੜਕਾਂ ਤਾਂ ਇੱਕ ਸਾਡੀ ਬੇਸਿਕ ਨੈਸੈਸਿਟੀ ਨੇ, ਪਾਣੀ ਪੀਣ ਦਾ, ਸੀਵਰੇਜ ਸਿਸਟਮ ਹੋ ਗਿਆ, ਇਲੈਕਟ੍ਰਿਸਿਟੀ ਹੋ ਗਈ, ਇਹ ਤਾਂ ਬੇਸਿਕ ਨੈਸੈਸਿਟੀ ਹੈ ਜਿਹੜੀ ਕਿ ਤੁਹਾਨੂੰ ਡਿਲੀਵਰ ਕਰਨਾ ਤੁਹਾਡਾ ਦੇਣੀ ਚਾਹੀਦੀ। ਕੋਈ ਹਿਸਾਬ ਨਹੀਂ ਕਰ ਰਹੇ ਸੀ ਉਹਨਾਂ ਨੂੰ। ਦੇ ਹੈਵ ਟੂ ਬੀ ਪਰਫਾਰਮ, ਦੇ ਹੈਵ ਟੂ ਬੀ ਪਰਫਾਰਮ, ਦੇ ਹੈਵ ਟੂ ਬੀ ਪ੍ਰੋਵਾਈਡਡ। ਯੈਸ। ਇਹ ਤਾਂ ਇੱਕ ਬੇਸਿਕ ਹੈਗਾ ਵਾ ਸਟਰਕਚਰ ਦੇ ਵਿੱਚ। ਅਸੀਂ ਪੋਲੀਟੀਸ਼ੀਅਨ ਸਾਡੇ ਕੀ ਹੈ, ਇੱਕ ਅਹਿਸਾਨ ਕਰਨ ਲੱਗ ਪਏ, ਪਾਰਕ ਬਣਾਤੀ ਤੇ ਬਹੁਤ ਵੱਡਾ ਅਹਿਸਾਨ ਹੋ ਗਿਆ। ਓਕੇ। ਅਸੀਂ 4 ਬੂਟੇ ਲਾਤੇ, ਅਹਿਸਾਨ ਹੋ ਗਿਆ। ਅਸੀਂ ਸੈਰਗਾਹ ਬਣਾਤੀ, ਅਹਿਸਾਨ ਹੋ ਗਿਆ। ਅਸੀਂ ਜੇ ਟਾਈਲਾਂ ਨਵੀਆਂ ਲਵਾਤੀਆਂ, ਇਹ ਕੋਈ MLA ਦਾ ਕੰਮ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖੀਏ ਪੰਜਾਬ ਦੇ ਵਿੱਚ ਪੋਲਿਊਸ਼ਨ ਦਾ ਕੀ ਹਾਲ ਹੈ, ਐਨਵਾਇਰਨਮੈਂਟ ਦਾ ਕੀ ਹਾਲ ਹੈ, ਵਾਟਰ ਟੇਬਲ ਕਿੱਥੇ ਜਾ ਰਹੇ ਹੈ। ਐਗਜ਼ੈਕਟਲੀ। ਅਸੀਂ ਉਹਨਾਂ ਦਾ ਕੀ ਹੱਲ ਕੀਤਾ? ਯੈਸ, ਨੈਵਰ, ਨਥਿੰਗ ਸਰ। ਸਾਡੇ SOL ਬਣੀ। ਹਾਂਜੀ। ਮੈਂ ਤਾਂ ਇਸੇ ਕੁਡੋਸ ਟੂ ਬਾਦਲ ਸਾਹਿਬ, ਟੂ ਵੈਰੀ ਫਰੈਂਕ, ਮੈਂ ਬੜਾ ਇੱਜ਼ਤ ਕਰਦਾ, ਮਾਣ ਕਰਦਾ। ਬਾਦਲ ਸਾਹਿਬ ਨੇ ਆਪਣੇ ਵੇਲੇ ਉਹਨਾਂ ਨੇ ਦੇਖਿਆ ਕਿ ਵਾਟਰ ਟੇਬਲ ਪੰਜਾਬ ਦਾ ਬਹੁਤ ਘੱਟ ਰਿਹਾ। ਰਾਈਟ। ਉਹਨਾਂ ਨੇ SOL ਦਾ ਜਿਹੜਾ ਕੰਟਰੈਕਟ ਕੈਂਸਲ ਕੀਤਾ, ਉਹ ਕਹਿੰਦਾ ਉਹ ਲੈ ਕੇ ਆਏ, ਤੇ ਉਸ ਤੋਂ ਬਾਅਦ ਉਹਨਾਂ ਮੈਂ ਕਿਹਾ 390 ਕਰੋੜ ਦਾ ਉਹਨਾਂ ਚੈੱਕ ਕੱਟ ਕੇ ਹਰਿਆਣਾ ਸਰਕਾਰ ਨੂੰ ਭੇਜਿਆ। 390 ਕੇ 490 ਕਰੋੜ ਦਾ ਵੀ ਚੈੱਕ ਸੀਗਾ ਜਿਹੜਾ ਅਸੈਂਬਲੀ ਪਾਸ ਕਰਕੇ ਜਿਹੜੀ ਸੀਗੀ ਉਹ ਦਿੱਤੇ। ਮੇਰਾ ਕਹਿਣ ਦਾ ਮਤਲਬ ਕੀ ਹੈ, ਸਾਨੂੰ ਪੋਲੀਟੀਸ਼ੀਅਨਸ ਉਹ ਚਾਹੀਦੇ ਜਿਹੜੇ ਵਿਜ਼ਨ ਵਾਲੇ ਹੋਣ। ਸਾਨੂੰ ਪੋਲੀਟਿਕਸ ਆਉਣ ਵਾਲਾ ਸਮਾਜ ਜਿਹੜਾ ਚੰਗਾ ਬਣਾ ਸਕਣ, ਸਾਡੇ ਲਿਵਿੰਗ, ਸਾਡਾ ਜਿਹੜਾ ਕ੍ਰਾਈਮ ਨੂੰ ਕੰਟਰੋਲ ਕਰ ਸਕਣ, ਪੁਲਿਸਿੰਗ ਨੂੰ ਕੰਟਰੋਲ ਕਰਨ। ਅੱਜ ਤਾਂ ਦੇਖੋ ਤੁਸੀਂ ਪੁਲਿਸ ਹੀ ਕ੍ਰਿਮੀਨਲ ਬਣੀ ਹੋਈ ਹੈ। ਲੋਕਾਂ ਦੇ ਘਰਾਂ ਕਬਜ਼ੇ ਕਰਾਣੇ ਦਾ ਪੁਲਿਸ ਯੂਜ਼ ਹੋ ਰਹੀ ਹੈ। ਜੇ ਕੋਈ ਕੰਮ ਕਰੇ ਚਿੱਟਾ ਪਵਾਉਣਾ ਤਾਂ ਪੁਲਿਸ ਯੂਜ਼ ਹੋ ਰਹੀ ਹੈ। ਅਰੇ ਪੁਲਿਸ ਇਜ਼ ਐਨ ਇੰਡੀਪੈਂਡੈਂਟ ਅਥਾਰਟੀ। ਜਿਹੜੇ ਆਫਸਰਸ ਹੈਗੇ ਆ ਉਹਦੀ ਪੋਲੀਟੀਸਾਈਜੇਸ਼ਨ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਜਿਹੜੇ ਪੁਲਿਸ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪੋਲੀਟੀਸ਼ੀਅਨ ਹੱਥ ਲਾਉਂਦੇ ਹੈਗੇ, ਜਿਹੜਾ ਉਹਦੇ ਵਿੱਚ ਪਾਉਂਦੇ ਆ ਤੇ ਉਹਨਾਂ ਨੂੰ ਕੰਮ ਕਰਕੇ ਮਜਬੂਰ ਕਰਦੇ ਆ,
ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਜੋ ਪੁਲਿਸ, ਦੇਖੋ ਸਾਡੀ ਪੁਲਿਸ, ਪੰਜਾਬ ਪੁਲਿਸ ਵਨ ਆਫ ਦਾ ਬੈਸਟ ਪੁਲਿਸ ਹੈਗੀ ਹੈ। ਓਕੇ, ਵੀ ਹੈਵ ਵਨ ਆਫ ਬੈਸਟ ਆਫਸਰਸ ਓਵਰ ਹੇਅਰ, ਠੀਕ ਹੈ ਜੀ। ਈਵਨ ਕਾਂਸਟੇਬਿਲਟੀ ਤੋਂ ਲੈ ਕੇ, ਕਾਂਸਟੇਬਲ ਜਿਹੜੇ ਹੈਗੇ ਆ ਉਹ ਤੋਂ ਲੈ ਕੇ ਤੁਸੀਂ ਡੀਜੀਪੀ ਤੱਕ ਲਾ ਲਓ, ਸਾਡੇ ਬਹੁਤ ਅੱਛੇ ਹੈਗੇ। ਪਰ ਅੱਛਾ ਬਣਨ ਦੇ ਵਿੱਚ ਪਿਛਲੇ ਸਮੇਂ ਤੋਂ ਦੇਖ ਲਓ ਤੁਸੀਂ, ਕਦੇ ਅਸੀਂ ਗੈਂਗਰੇਪ ਨਹੀਂ ਸੀ ਸੁਣੇ, ਹੁਣ ਗੈਂਗਰੇਪਸ ਹੋ ਗਏ, ਮਰਡਰ ਬੱਚਿਆਂ ਦੇ। ਆਈ ਡੋਂਟ ਵਾਂਟ ਟੂ ਕਮੈਂਟ ਬਿਕੋਜ਼ ਆਫ ਪੋਲੀਟੀਕਲ ਗੱਲ ਹੋ ਜਾਣੀ ਹੈ, ਬਟ ਥਿੰਗ ਇਜ਼ ਕਿ ਸਿਸਟਮ ਨੂੰ ਚਲਾਉਣਾ, ਉਹਨਾਂ ਦੇ ਉੱਤੇ ਇੱਕ ਵਿਪ ਰੱਖਣਾ ਜਿਹੜਾ ਉਹ ਪੋਲੀਟੀਸ਼ੀਅਨ ਦਾ ਕੰਮ ਹੈ, ਨਾ ਕਿ ਪੋਲੀਟੀਸ਼ੀਅਨ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦੈਟ ਸਿਸਟਮ। ਮੇਰਾ ਹੁਣ ਇੱਕ ਸਵਾਲ ਹੈ ਸਰ, ਤੁਸੀਂ ਯੂ ਬੀਇੰਗ ਐਜ਼ ਏ ਵਰਕ ਐਜ਼ ਵਾਈਸ ਚੇਅਰਮੈਨ ਆਫ ਬਾਰ ਕਾਉਂਸਲ ਪੰਜਾਬ ਹਰਿਆਣਾ, ਬਹੁਤ ਵੱਡੀ ਸੰਸਥਾ ਸਾਡੀ ਜਿਹੜੀ, ਉਹ ਹੁਣ ਮੇਰਾ ਇੱਕ ਸਵਾਲ ਹੈ ਸਰ, ਕਿੰਨੇ ਕਿ ਸਾਡੇ ਜਿਹੜੇ ਲਾਇਰ ਕਮਿਊਨਿਟੀ, ਤੁਸੀਂ ਕਹਿੰਦੇ ਕਿ ਮੈਜੋਰਟੀ ਆਫ ਜਿਹੜੇ ਸਾਡੇ ਜਿਹੜੇ ਪਾਰਲੀਮੈਂਟਰੀ ਹੈਗੇ ਉਹ ਲਾਇਰਸ ਹੈਗੇ ਜੀ, ਮੈਜੋਰਟੀ ਆਫ ਸਟਾਰਟਿੰਗ ਫਰਮ ਦਾ ਇੰਡੀਪੈਂਡੈਂਟ, ਠੀਕ ਹੈ ਸਰ। ਤੁਸੀਂ ਹੁਣ ਪੰਜਾਬ ਦੀ ਜਿਹੜੀ ਹੁੰਦੇ ਹਾਲਾਤ ਹੈ, ਮੇਰਾ ਸਵਾਲ ਬਿਲਕੁਲ ਸਿੱਧਾ ਡੁਕਮਾ ਸਵਾਲ ਹੈ ਜੀ, ਕਿ ਜਿਹੜਾ ਹੁੰਦੇ ਹਾਲਾਤ ਹੈ ਪੰਜਾਬ, ਕਿਆ ਸਾਡੀ ਜਿਹੜੀ ਜਿੰਨੇ ਮੈਂਬਰਸ ਹੋਣੇ ਪੰਜਾਬ ਦੇ ਜਿਹੜੇ ਦੋਜ਼ ਹੂ ਆਰ ਐਸੋਸੀਏਟ ਵਿਦ ਦੀ ਬਾਰ ਕਾਉਂਸਲ ਪੰਜਾਬ ਹਰਿਆਣਾ, ਠੀਕ ਹੈ, ਪੰਜਾਬ ਦੇ, ਕਿਆ ਉਹਨਾਂ ਨੂੰ ਆਪਣੀ ਵੋਟ ਜਿਹੜੀ ਹੈਗੀ ਹੈ ਸੋਚ ਸਮਝ ਕੇ ਜਾਂ ਉਹਨੂੰ ਦੇਖ ਕੇ ਕਿ ਹਾਂ ਵੀ ਡਿਵੈਲਪਮੈਂਟ ਨੂੰ ਵੋਟ ਪਾਣੀ ਚਾਹੀਦੀ ਹੈ, ਕਿ ਜਾਂ ਅਸੀਂ ਇੱਕ ਰਵਾਇਤੀ ਪਾਰਟੀ ਨੂੰ ਹੀ ਪਾਣੀ ਚਾਹੀਦੀ ਹੈ ਜੀ? ਦੇਖੋ ਗੱਲ ਪਤਾ ਕੀ ਹੈ, ਤਕਰੀਬਨ ਸਾਡੇ 55,000 ਦੇ ਕਰੀਬ ਮੈਂਬਰ ਹੈਗੇ, 55,000 ਮੈਂਬਰ ਹੈਗੇ ਆ। ਬੜੀ ਗ੍ਰੇਟ, ਬੜੀ ਲੰਬੀ ਸਰ, ਵੱਡੀ। ਹਾਂਜੀ, ਪੰਜਾਬ ਜਿਹੜੇ ਪ੍ਰੈਕਟਿਸ ਔਰ ਨਾਨ ਪ੍ਰੈਕਟਿਸ ਕਰਦੇ ਆ ਪਰ ਬਾਰ ਕਾਉਂਸਲ ਮੈਂਬਰ ਹੈਗੇ। ਓਕੇ, ਮੈਂ ਹਮੇਸ਼ਾ ਇੱਕ ਚੀਜ਼ ਕਹਿੰਦਾ ਹੈਗਾ ਕਿ ਰਵਾਇਤੀ ਪਾਰਟੀਆਂ ਕੋਈ ਮਾੜੀਆਂ ਨਹੀਂ ਗਈਆਂ ਜੀ, ਕੋਈ ਵੀ ਪਾਰਟੀ ਮਾੜੀ ਨਹੀਂ ਹੈ, ਓਕੇ, ਬਟ ਸਾਨੂੰ ਲੋੜ ਕੀ ਹੈ ਵਿਜ਼ਨ ਦੀ, ਓਕੇ, ਸਾਨੂੰ ਲੀਡਰ ਦੀ ਲੋੜ ਹੈ, ਜਿਹੜੀ ਕੁਆਲੀਫਾਈਡ ਲੀਡਰ ਹੋਏਗਾ ਜੀ, ਜਿਹੜੀ ਵਿਜ਼ਨ ਸਟਰੋਂਗ ਹੋਏਗਾ, ਵਿਜ਼ਨ ਸਟਰੋਂਗ ਹੈ। ਓਕੇ, ਦੇਖੋ ਅੱਜ ਇੱਥੇ ਹਰ ਬੰਦਾ ਜਿਹੜਾ ਪਾਰਟੀਆਂ ਹੈਗੀਆਂ ਨੇ, ਇਹਨਾਂ ਦਾ ਬੇਸਿਕ ਏਜੰਡਾ ਸਾਰਿਆਂ ਦਾ ਆਲਮੋਸਟ ਸੇਮ ਹੈ ਕਿ ਮੈਂ ਇਲੈਕਟ੍ਰਿਸਿਟੀ ਫ੍ਰੀ ਦੇਣੀ ਹੈ, ਮੈਂ ਆਹ ਫ੍ਰੀ ਦੇਣਾ, ਉਹ ਫ੍ਰੀ ਦੇਣਾ। ਬਿਲਕੁਲ। ਕਿਆ ਕਿਸੇ ਪਾਰਟੀ ਨੇ ਕੋਈ ਇਦਾਂ ਦਾ ਸਿਸਟਮ ਕੀਤਾ, ਕੋਈ ਚੀਜ਼ ਲੈ ਕੇ ਆਈ ਹੈਗੀ ਜਿਹੜਾ ਇੱਕ ਵਿਜ਼ਨ ਕਰੇਗੀ, ਜਿਹੜਾ ਕਹੇ ਕਿ ਪੰਜਾਬ ਦੀ ਡਿਵੈਲਪਮੈਂਟ ਕਿਵੇਂ ਹੋਣੀ ਹੈ? ਬਿਲਕੁਲ, ਐਗਜ਼ੈਕਟਲੀ। ਮੈਂ ਅੱਜ ਇਸ ਤੁਹਾਡੇ ਚੈਨਲ ਦੇ ਮਾਧਿਅਮ, ਤੁਹਾਡੇ ਲਾਈਵ ਹੋਣ ਦੇ ਮਾਧਿਅਮ ਮੈਂ ਗੱਲ ਕਰਦਾ, ਕਿਉਂਕਿ ਮੈਂ ਤਕਰੀਬਨ ਸਾਰਿਆਂ ਨੂੰ ਮਿਲ ਚੁੱਕਾ। ਓਕੇ ਸਰ। ਮੈਨੂੰ ਕਿਸੇ ਪਾਰਟੀ ਦੇ ਵਿੱਚ ਕੋਈ ਇਦਾਂ ਦਾ ਵਿਜ਼ਨ ਨਜ਼ਰ ਨਹੀਂ ਆਇਆ ਜੋ ਸੁਖਬੀਰ ਸਿੰਘ ਬਾਦਲ ਨਜ਼ਰ ਆਇਆ। ਇਸ ਕਰਕੇ ਨਹੀਂ ਮੈਂ ਅਕਾਲੀ ਦਲ ਨਾਲ ਜੁੜਿਆ ਹੋਇਆ, ਮੈਂ ਇਸ ਕਰਕੇ ਨਹੀਂ ਮੈਂ ਗੱਲ ਕਰ ਰਿਹਾ। ਮੈਂ ਸ਼ਾਇਦ 2 ਦਿਨ ਪਹਿਲੇ ਕੀ ਜਿੰਦਾ ਸ਼ਿਕਾਵਤ ਦੇ ਵਿਊਜ਼ ਸੁਣ ਰਿਹਾ ਸੀਗਾ, ਜਿਹੜੇ ਕਿ ਮਾਨਯੋਗ ਸੈਂਟਰ ਮਿਨਿਸਟਰ ਹਨ, ਉਹ ਗੱਲਾਂ ਉਹੀ ਕਰਦੇ ਸੀਗੇ ਜਿਹੜੀ ਚੀਜ਼ਾਂ ਕੀ ਕਹਿੰਦੇ ਆਹ ਕਰ ਦਾਂਗੇ। ਮੈਂ ਉੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ ਉਹਨਾਂ ਨੂੰ ਕਿ ਵਾਕਈ ਜਿਹੜੀਆਂ ਸਟੇਟਾਂ ਤੁਸੀਂ ਆਲਰੇਡੀ ਰੂਲ ਕਰ ਰਹੇ ਹੋ, ਜਿਹਦੇ ਤੁਸੀਂ ਲੀਡ ਕਰ ਰਹੇ ਹੋ, ਕਿਆ ਉਹ ਸਟੇਟਾਂ 'ਚ ਲਾਗੂ ਕੀਤੇ? ਆਨਸਰ ਵਾਸ ਨੋ। ਗੱਲ ਹੈ ਕਿ ਅੱਜ ਕੇਜਰੀਵਾਲ ਸਾਹਿਬ ਗੱਲ ਕਰਦੇ ਆ ਕਿ ਮੈਂ ਆਹ ਕਰ ਦੂੰਗਾ, ਕਰ ਦੂੰ, ਪੰਜਾਬ ਲਈ ਮੇਰਾ ਇਹ ਵਿਜ਼ਨ ਹੈ, ਕਿਆ ਉਹ ਦਿੱਲੀ 'ਚ ਲਾਗੂ ਕੀਤਾ? ਆਨਸਰ ਇਜ਼ ਨੋ। ਓਕੇ, ਜਿਹੜੀ ਸਟੇਟ ਦੇ ਵਿੱਚ ਤੁਸੀਂ ਐਬਸੋਲੂਟ ਮੈਜੋਰਟੀ ਵਿੱਚ ਹੋ, ਉੱਥੇ ਦਾ ਤੁਸੀਂ ਲਾਗੂ ਨਹੀਂ ਕਰਦੇ ਤਾਂ ਦੂਜੀ ਸਟੇਟ ਵਾਸਤੇ ਆਪਾਂ ਕਿਵੇਂ ਸੋਚ ਸਕਦੇ? ਮੈਂ ਜਦ ਗੱਲ ਕਰਦਾ ਹੈਗਾ, ਇਟ ਇਜ਼ ਨਾਟ ਦੈਟ ਕਿ ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ, ਮੈਂ ਤਾਂ ਵੈਰੀ ਫਰੈਂਕਲੀ ਮੈਂ ਗੱਲ ਕਰਾਂ, ਮੈਂ ਗੱਲ ਵਿਜ਼ਨ ਦੀ ਕਰ ਰਿਹਾ ਕਿ ਤੁਹਾਡੇ ਕੋਲ ਵਿਜ਼ਨ ਇੰਡਸਟਰੀਲਾਈਜੇਸ਼ਨ ਬਾਰੇ ਕੀ ਹੈ, ਤੁਹਾਡੇ ਕੋਲ ਵਿਜ਼ਨ ਪੋਲਿਊਸ਼ਨ ਬਾਰੇ ਕੀ ਹੈ, ਵਿਜ਼ਨ ਤੁਹਾਡੇ ਕੋਲ ਜਿਹੜਾ ਵਿਜ਼ਨ ਹੈਗਾ ਸੋਲਰ એનર્ਜੀ ਬਾਰੇ ਕੀ ਹੈ, ਤੁਹਾਡਾ ਵਿਜ਼ਨ ਜਿਹੜਾ ਪਾਣੀ ਜਿਹੜਾ ਹੈਗਾ ਉਹ ਇੰਨਾ ਨੀਚੇ ਗਿਰਿਆ ਉਹਦੇ ਬਾਰੇ ਕੀ ਹੈਗਾ, ਤੁਹਾਡਾ ਵਿਜ਼ਨ ਜਿਹੜਾ ਸਾਡੇ ਬੱਚੇ ਇੰਡੀਆ ਛੱਡ ਕੇ ਬਾਹਰ ਜਾ ਰਹੇ ਉਹਨਾਂ ਬਾਰੇ ਕੀ ਹੈਗਾ, ਠੀਕ ਹੈ ਨਾ, ਤੁਹਾਡਾ ਵਿਜ਼ਨ ਜਿਹੜਾ ਹੈਗਾ ਨੌਕਰੀ ਦੇਣ ਵਾਸਤੇ ਕੀ ਹੈਗਾ, ਵਾ ਲੋਕਾਂ ਨੂੰ ਸਰਵਿਸਿਜ਼ ਦੇਣੀ ਹੈਗੀਆਂ, ਤੁਹਾਡਾ ਵਿਜ਼ਨ ਪਰ ਕੈਪੀਟਾ ਇਨਕਮ ਵਧਾਉਣ ਵਾਸਤੇ ਕੀ ਹੈਗਾ। ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਕੋਈ ਸੋਚਦਾ ਨਹੀਂ ਹੈਗਾ ਕਿ ਅਸੀਂ ਪਰ ਕੈਪੀਟਾ ਇਨਕਮ ਕਿਵੇਂ ਵਧਾ। ਖਰਚੇ ਤਾਂ ਵੱਧ ਗਏ ਬਿਲਕੁਲ ਜੀ ਘਰਾਂ ਦੇ, ਜਿੱਥੇ ਮੈਨੂੰ ਯਾਦ ਹੈ ਅੱਗੇ ਖਰਚਾ ਜਿਹੜਾ ਹੈਗਾ 4 ਬੰਦਿਆਂ ਦੀ ਫੈਮਿਲੀ ਦੇ ਵਿੱਚ 1000 ਰੁਪਏ ਦਾ ਰਾਸ਼ਨ ਆ ਕੇ ਪੂਰਾ ਮਹੀਨਾ ਚੱਲਦਾ ਸੀਗਾ, ਅੱਜ 4 ਬੰਦੇ ਜਿਹੜਾ ਘਰ ਦਾ ਰਾਸ਼ਨ 10,000 ਰੁਪਏ ਜਾ ਗਏ। ਬਿਲਕੁਲ ਜੀ, ਪਰ ਉਹਦੀ ਇਨਕਮ ਪ੍ਰਪੋਰਸ਼ਨਲੀ ਨਹੀਂ ਵਧੀ। ਮੇਰਾ ਹੁਣ ਕੋਈ ਮਤਲਬ ਇੱਕ ਬੜਾ ਪਰਟੀਕੂਲਰ ਸਵਾਲ ਹੈ ਜੀ, ਜਿਸ ਪ੍ਰੋਫੈਸ਼ਨ ਨੂੰ ਅਸੀਂ ਬਿਲੋਂਗ ਕਰਦੇ, ਹੁਣ ਤੁਸੀਂ ਖਰਚੇ ਦੀ ਗੱਲ ਕੀਤੀ ਹੈ ਜੀ, ਪਿਛਲੇ 2-3 ਸਾਲਾਂ ਤੋਂ ਜਿਹੜਾ ਸਾਡਾ ਸਭ ਤੋਂ ਕਹਿੰਦੇ ਜੀ ਹਰ ਬੰਦਾ ਇਫੈਕਟ ਹੋਇਆ ਜੀ ਡਿਊ ਟੂ ਕਰੋਨਾ, ਵੈਦਰ ਇਟ ਇਜ਼ ਇੰਡਸਟਰੀ, ਸਰਵਿਸ ਸੈਕਟਰ, ਪਰ ਜਿਹੜਾ ਜਿਸ ਪ੍ਰੋਫੈਸ਼ਨ 'ਚ ਲੀਗਲ ਪ੍ਰੋਫੈਸ਼ਨ 'ਚ ਅਸੀਂ ਬਿਲੋਂਗ ਕਰਦੇ ਹਾਂ ਜੀ, ਉਹ ਟੋਟਲੀ ਕਹਿ ਦਿਓ ਜੀ ਡਿਸਕਾਰਡ ਕਰਤਾ ਜੀ ਫਰਮ ਐਵਰੀ ਐਕਸਪੈਕਟ, ਆਈਦਰ ਫਾਈਨੈਂਸ਼ੀਅਲੀ, ਮੈਂਟਲੀ, ਜਿਹੜੀ ਸਾਡੇ ਬਹੁਤ ਸਾਰਾ ਪ੍ਰੈਸ਼ਰ ਪਿਆ ਜੀ। ਪਰ ਅੱਜ ਤੱਕ ਕਿਸੇ ਵੀ ਸਰਕਾਰਾਂ ਨੇ, ਜੇ ਅਸੀਂ ਪਿੱਛੇ ਵੀ ਜਾ ਕੇ ਦੇਖੀ, ਕਿਸੇ ਨੇ ਵੀ ਕੋਈ ਵਕੀਲ ਭਾਈਚਾਰੇ ਵਾਸਤੇ ਕਿਆ ਕੋਈ ਉਪਰਾਲੇ ਜਾਂ ਕੁਝ ਐਸਾ ਜਿੱਥੇ ਲੱਗੇ ਕਿ ਕੁਝ ਇਨੀਸ਼ੀਏਟਿਵ ਹੋਇਆ ਜੀ, ਵੈਦਰ ਕੋਈ ਸਟਾਈਫੰਡ ਜਾਂ ਵੈਦਰ ਕੋਈ ਪੈਨਸ਼ਨਸ, ਵੈਦਰ ਕੋਈ ਜਿਵੇਂ ਕੁਝ ਹੋਰ ਫਾਈਨੈਂਸ਼ੀਅਲ ਬੈਨੀਫਿਟਸ ਜਾਂ ਵਟ ਐਵਰ, ਆਈ ਹੈਵ ਨੈਵਰ ਸੀਨ ਦੀ ਸਕੀਮ ਫਰੋਮ ਦੀ ਪਾਸਟ ਗਵਰਨਮੈਂਟਸ ਆਲਸੋ। ਕਿਆ ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡਾ ਮੁੱਦਾ ਜੀ, ਜਿਹੜੇ ਅਸੀਂ 55,000 ਵਕੀਲ ਨਾਲ ਭਾਈਚਾਰੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਇਹ ਇੱਕ ਮੁੱਦਾ ਨਹੀਂ ਹੈ ਜੀ ਕਿ ਸਾਡੇ ਵਕੀਲ ਭਾਈਆਂ ਲਈ ਕੀ ਵਿਜ਼ਨ ਕਿਹਦੇ ਕੋਲ ਹੈਗੀ ਹੈ, ਕੀ ਕੌਣ ਇਨੀਸ਼ੀਏਟਿਵ ਲਏਗਾ ਜੀ? ਬਹੁਤ ਅੱਛਾ ਸਵਾਲ ਹੈ ਤੁਹਾਡਾ।
ਔਰ ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ। ਸ਼ਾਇਦ ਤੁਹਾਨੂੰ ਯਾਦ ਹੋ ਪਿੱਛੇ ਜੇ ਸਰ ਸੁਖਬੀਰ ਸਿੰਘ ਬਾਦਲ ਘਰੇ ਆਏ ਸੀ ਮੇਰੇ ਕੋਲ ਜੀ ਤੇ ਉੱਥੇ ਮੁੱਦਾ ਚੁੱਕਿਆ ਵੀ ਸੀ। ਸਰ ਸੁਖਬੀਰ ਸਿੰਘ ਬਾਦਲ ਨਾਲ ਜੋ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਆਲਰੇਡੀ ਹਾਮੀ ਭਰੀ ਸੀਗੀ ਜੀ ਇੱਕ ਕਹਿੰਦੇ ਇੰਸ਼ੋਰੈਂਸ ਦੇ ਉੱਤੇ ਆਏ ਸੀਗੇ ਤੇ ਦੂਜੇ ਸਟਾਈਪੈਂਡ ਤੇ ਗੱਲ ਕੀਤੀ ਸੀ ਉਹਨਾਂ ਨੇ ਜੀ ਕਿ ਇਹਦੇ ਬਾਰੇ ਅਸੀਂ ਸੋਚ ਕੇ ਇਹਦਾ ਬਕਾਇਦਾ ਜਿਹੜਾ ਬਜਟਿੰਗ ਕਰਕੇ ਮੈਂ ਉਹਨਾਂ ਨੂੰ ਇੱਕ ਬੇਨਤੀ ਹੋਰ ਲਾਈ ਸੀਗੀ ਕਿ ਐਡਵੋਕੇਟ ਡਿਵੈਲਪਮੈਂਟ ਬੋਰਡ ਬਣਾਇਆ ਜਾਵੇ ਬਿਲਕੁਲ ਜਿਹੜਾ ਕਿ ਸਾਡੇ ਲਾਇਰਸ ਵਾਸਤੇ ਸਪੈਸੀਫਿਕਲੀ ਗਵਰਨਮੈਂਟ ਵੱਲੋਂ ਦੇਖਿਆ ਜਾਵੇ ਜਿਸ 'ਚ ਫਾਈਨਾਂਸ ਦੀ ਪਾਵਰ ਦੀ ਫਾਈਨੈਂਸ਼ੀਅਲ ਪਾਵਰਸ ਹੋਣ ਜਿਹਦੇ 'ਚ ਇੱਕ IAS ਅਫਸਰ ਨਾਲ ਲਗਾਇਆ ਜਾਵੇ ਚੇਅਰਮੈਨ ਦੇ ਨਾਲ ਸੋ ਦੈਟ ਇਹ ਸਾਰੇ ਚੀਜ਼ਾਂ ਜਿਹੜੀ ਹੈਗੀ ਕੰਟਰੋਲ ਕੀਤੀਆਂ ਜਾ ਸਕਣ। ਮੇਰੇ ਕੁਝ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੇਰਾ ਖਿਆਲ ਮੈਨੀਫੈਸਟੋ ਜੋ ਕਹਿੰਦੇ ਵਿੱਚ ਅਸੀਂ ਪਾ ਵੀ ਰਹੇ ਵਿਚਾਰ ਕਰ ਰਹੇ ਕਿ ਮੈਨੀਫੈਸਟੋ ਹੀ ਪਾਇਆ ਜਾਵੇ। ਲੇਕਿਨ ਜਿਹੜੀ ਗੱਲ ਆ ਜਾਂਦੀ ਲਾਇਰਸ ਵਾਸਤੇ ਦੇਖੋ ਲਾਇਰਸ ਜਿਹੜੇ ਹੈਗੇ ਆ ਇਨਕਮ ਟੈਕਸ ਪੇ ਹੈਗੇ ਆ ਜਿਹੜਾ ਕਿ ਅਸੀਂ ਇਕਨੋਮੀ ਜਿਹੜੀ ਇੰਡੀਅਨ ਇਕਨੋਮੀ ਹੈਗੀ ਆ ਪੰਜਾਬ ਦੀ ਇਕਨੋਮੀ 'ਚ ਅਸੀਂ ਸਾਡਾ ਬਹੁਤ ਵੱਡਾ ਯੋਗਦਾਨ ਬਿਲਕੁਲ ਬਿਲਕੁਲ ਸਹੀ ਬਾਤ ਹੈ। ਚਾਹੇ ਉਹ ਇੰਡਸਟਰੀਅਲ ਹੈਗਾ ਵਾ ਐਗਜ਼ੈਕਟਲੀ ਅਸੀਂ ਡਾਇਰੈਕਟਲੀ ਵੀ ਹੈਗੇ ਔਰ ਇਨਡਾਇਰੈਕਟਲੀ ਵੀ ਹੈਗੇ। ਐਗਜ਼ੈਕਟਲੀ ਡਾਇਰੈਕਟਲੀ ਅਸੀਂ ਹੈਗੇ ਆ ਅਸੀਂ ਇਨਕਮ ਟੈਕਸ ਪੇ ਕਰਦੇ ਆ ਅਸੀਂ ਜਿਹੜੇ ਪਰਚੇਸ ਕਰਦੇ ਆ ਆਈਟਮ GST ਪੇ ਕਰਦੇ ਆ ਹਰ ਇੱਕ ਦਾ ਹੈਗਾ ਇਨਡਾਇਰੈਕਟ ਵੇ ਨਾਲ ਵੀ। ਸਭ ਤੋਂ ਵੱਡਾ ਜਿਹੜਾ ਸੋਰਸ ਹੈਗਾ ਵਾ ਸਾਡੇ ਕੋਰਟ ਫੀਸ ਦਾ ਹੈਗਾ। ਓਕੇ ਜਿਹੜੀ ਅਸੀਂ ਕੋਰਟ ਫੀਸ ਦਾਅਵੇ ਫਾਈਲ ਕਰਦੇ ਆ ਜੀ ਉਹਦੀ ਜਿਹੜੀ ਕੋਰਟ ਫੀਸ ਹੈ ਲੋਕਾਂ ਦੀ ਅਸੀਂ ਫਾਈਲ ਕਰਾਉਂਦੇ ਹੈਗੇ ਆ ਰਾਈਟ ਉਹ ਇੱਕ ਬੜਾ ਵੱਡਾ ਸੋਰਸ ਆਫ ਇਨਕਮ ਹੈਗਾ ਵਾ Okay. ਜੁਡੀਸ਼ੀਅਲ ਸਿਸਟਮ ਨੂੰ ਚਲਾਉਣ ਵਾਸਤੇ। ਓਕੇ ਜੀ ਕਿਉਂਕਿ ਜਦ ਤੱਕ ਜੁਡੀਸ਼ੀਅਲ ਸਿਸਟਮ ਨਹੀਂ ਨਾ ਚੱਲੂਗਾ ਤਾਂ ਇੰਡੀਆ ਦਾ ਸਿਸਟਮ ਕੋਲੈਪਸ ਹੋ ਜਾਊਗਾ। ਬਿਲਕੁਲ ਰਾਈਟ ਇਹ ਬਿਲਕੁਲ ਬੜਾ ਇੰਪੋਰਟੈਂਟ ਹੈਗਾ ਵਾ ਤੇ ਲਾਜ਼ ਜਿਹੜੇ ਹੈਗੇ ਆ ਅਸੀਂ ਆਫਸਰ ਦਾ ਕੋਰਟ ਆ ਸਾਡੀ ਰਿਸਪੌਂਸਿਬਿਲਿਟੀ ਕੋਰਟਸ ਦੇ ਮਤਲਬ ਹੀ ਨਹੀਂ ਬਣਦੀ ਹੈਗੀ ਬਾਕੀ ਸੁਸਾਇਟੀ ਦਾ ਮਤਲਬ ਹੈ। ਐਂਡ ਸਿਮਿਲਰਲੀ ਸੁਸਾਇਟੀ ਔਰ ਪੋਲੀਟੀਕਲ ਸਿਸਟਮ ਦੀ ਗਵਰਨਮੈਂਟ ਜਿਹੜੀ ਹੈਗੀ ਰਿਸਪੌਂਸਿਬਿਲਿਟੀ ਟੂਵਰਡਸ ਲਾਅ ਹੈਗੀ ਹੈ। ਓਕੇ ਆ ਪਿਛਲੇ 2 ਸਾਲ ਦੇ ਵਿੱਚ ਯੂ ਆਰ ਐਬਸੋਲੂਟਲੀ ਰਾਈਟ ਅਸੀਂ ਬਹੁਤ ਵੱਡੇ ਇਗਨੋਰ ਸੀਗੇ ਫੀਲ ਕੀਤਾ ਗਿਆ ਲੋਕਾਂ ਦੇ ਕਈ ਲਾਜ਼ ਨੇ ਸ਼ਾਇਦ ਤੁਹਾਨੂੰ ਪਤਾ ਹੋਵੇ ਸੁਸਾਈਡ ਵੀ ਕਮਿਟ ਕੀਤੀ ਹੈਗੀ ਹੈ ਬਿਲਕੁਲ ਨੌਲੇਜ ਹੈਗੀ ਹੈ ਬਿਲਕੁਲ ਕਈ ਕਰੋਨਾ ਕਰਕੇ ਡੈਥ ਹੋ ਗਈ ਉਹਨੇ ਫੈਮਿਲੀਜ਼ ਜਿਹੜੀਆਂ ਉਹਨਾਂ ਦੇ ਪਿੱਛੇ ਕੋਈ ਅਸਿਸਟੈਂਸ ਨਹੀਂ ਹੈ। ਬਾਰ ਕੌਂਸਲ ਦੇ ਵਿੱਚ ਵੀ ਐਪਲੀਕੇਸ਼ਨ ਲਗਾਈਆਂ ਗਈਆਂ ਜੇ ਬਾਰ ਕੌਂਸਲ ਨੇ ਥੋੜੀ ਬਹੁਤ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਬਟ ਦੈਟ ਵਾਜ਼ ਨੈਗਲੀਜੀਬਲ ਮੈਂ ਉਹਨੂੰ ਜ਼ਿਆਦਾ ਨਹੀਂ ਮੰਨਦਾ ਹੈਗਾ। ਅਸੀਂ ਵੀ ਸਾਰਿਆਂ ਨੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਲੁਧਿਆਣਾ ਬਾਰ ਦੇ ਮੈਂਬਰਸ ਜਿਹੜੇ ਹੈਗੇ ਆ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਵੀ ਉਹ ਪੀਨਟ ਸੀਗਾ। ਓਕੇ ਤਾਂ ਗੱਲ ਹੈਗੀ ਹੈ ਹੁਣ ਸਰਕਾਰ ਦੀ ਜੇ ਸਾਡੇ ਲਾਇਰਸ ਜਿੱਤ ਕੇ ਜਾਂਦੇ ਹੈਗੇ ਆ ਅਸੈਂਬਲੀ ਵਿੱਚ ਬੈਠਦੇ ਆ ਤਾਂ ਡੈਫੀਨੇਟਲੀ ਜਿਹੜੇ ਸਾਡੀਆਂ ਗੱਲਾਂ ਨੇ ਚੇਂਜ ਆਏਗਾ ਥੋੜਾ ਜਿਹਾ ਅਸੀਂ ਸਾਡੀ ਆਵਾਜ਼ ਬਿਲਕੁਲ ਮੇਰੇ ਔਰ ਨਾਟ ਓਨਲੀ ਸਾਡੀ ਆਵਾਜ਼ ਜਨਤਾ ਦੀ ਆਵਾਜ਼। ਓਕੇ ਮੇਰੇ ਕੋਲ ਸਵਾਲ ਹੈ ਜਿਵੇਂ ਹੁਣ ਆਪਾਂ ਗੱਲ ਕਰੀਏ ਜੀ ਡਿਵੈਲਪਮੈਂਟ ਦੀ ਜਾਂ ਕੁਝ ਵਕੀਲ ਭਾਈਚਾਰੇ ਦੀ ਮੈਂ ਗੱਲ ਕਰ ਰਿਹਾ ਪਰਟੀਕੂਲਰ ਹੁਣ ਦੇਖੋ ਜਦੋਂ ਕੱਲ ਕਿਸੇ ਨੇ ਬੈਂਕ ਵੱਲੋਂ ਫਾਈਨਾਂਸ ਜਨਰੇਟ ਕਰਨਾ ਠੀਕ ਹੈ ਨਾ ਦੋਜ਼ ਹੂ ਗੈਟ ਦੀ ਫਾਈਨਾਂਸ ਫਰਮ ਦੀ ਬੈਂਕ ਫॉर ਦੀ ਬਾਦਰ ਦੇ ਆਪ ਫॉर ਦੀ ਬਿਲਡਿੰਗ ਜਾਂ ਕੁਝ ਬਣਾਣੀ ਉਹਨਾਂ ਨੇ ਤੇ ਵਕੀਲ ਦਾ ਇੱਕ ਲੀਗਲ ਰਿਪੋਰਟ ਹੁੰਦੀ ਸਰ ਵਕੀਲ ਇਸ ਦਾ ਕਿ ਜਦੋਂ ਵਕੀਲ ਸਾਹਿਬ ਸਾਡੇ ਲੀਗਲ ਰਿਪੋਰਟ ਦੇਣਗੇ ਤਾਂ ਬੈਂਕ ਵਾਲੇ ਉਹਨਾਂ ਨੂੰ ਲੋਨ ਲਈ ਦੇਣਗੇ। ਹੁਣ ਉਹਨੂੰ ਇਹਦੇ ਅਗੇਂਸਟ ਆ ਜਾਓ ਭਾਜੀ ਕਿ ਜੇ ਅਸੀਂ ਸਪੋਜ਼ ਕਰੋ ਵੈਨ ਐਵਰ ਦਾ ਵਕੀਲ ਵੈਂਟ ਟੂ ਦਾ ਬੈਂਕ ਉਹ ਕਹਿੰਦਾ ਮੈਨੂੰ ਲੋਨ ਦਿਓ ਜੀ ਮੈਂ ਆਪਣਾ ਫਲੈਟ ਬਣਾਉਣਾ ਉਹਦੇ ਵਾਸਤੇ ਉਹਦਾ ਜਿਹੜਾ ਸਕੋਰ ਹੈ ਵਾਟ ਐਵਰ ਵਾਈ ਇਹ ਕਿਆ ਇਸ ਮੁੱਦਾ ਨਹੀਂ ਹੈ ਜੀ ਬਹੁਤ ਵੱਡਾ ਮੁੱਦਾ ਜੀ ਇਹ। ਮੈਂ ਤੁਹਾਨੂੰ ਦੋ ਚੀਜ਼ਾਂ ਕਰਦਾ ਇੱਕ ਨਾ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਬੈਂਕਿੰਗ ਸਿਸਟਮ ਦੇ ਵਿੱਚ ਕਿ ਅਸੀਂ ਅਗਰ ਲਾਇਰ ਨੂੰ ਲੋਨ ਦੇਵਾਂਗੇ ਤਾਂ ਸ਼ਾਇਦ ਉਹ ਲੋਨ ਵਾਪਸ ਨਹੀਂ ਕਰੂਗਾ ਜੀ। ਹਾਲਾਂਕਿ ਜਿੰਨੇ ਡਿਫਾਲਟ ਹੋਏ ਆ ਮੇਰਾ ਖਿਆਲ ਉਹਨਾਂ ਦਾ 0.001% ਜਿਹੜਾ ਹੈਗਾ ਨਾ ਉਹ ਲਾਇਰਸ ਵਿੱਚ ਇਨਵੋਲਵ ਹੋਣਗੇ ਜੀ। ਲਾਇਰ ਹਮੇਸ਼ਾ ਹੀ ਆਪਣਾ ਲੋਨ ਜਿਹੜਾ ਪੂਰਾ ਦਿੰਦਾ ਕਿਉਂਕਿ ਉਹਨੂੰ ਪਤਾ ਲਾਅ ਦਾ ਪਤਾ ਹੈ ਉਹਨੂੰ ਪਤਾ ਹੈ ਕੱਲ ਮੈਨੂੰ ਨਾ ਤੇ ਮੇਰੇ ਬੱਚਿਆਂ ਨੂੰ ਲੋਨ ਦੀ ਲੋੜ ਪੈ ਸਕਦੀ ਹੈ। ਬਿਲਕੁਲ ਸਹੀ ਬਾਤ ਹੈ। ਇਹ ਨੈਗੇਟਿਵ ਪ੍ਰੋਫਾਈਲ ਬਣਾਉਣ ਦੇ ਵਿੱਚ ਜਿਹੜਾ ਬਹੁਤ ਵੱਡਾ ਰੀਜ਼ਨ ਹੈ ਨਾ ਬੈਂਕਿੰਗ ਸਿਸਟਮ ਦਾ ਇੱਕ ਮੈਂਟਲ ਹੈਲਥ ਹੈ ਇਹਨਾਂ ਦੀ। ਓਕੇ ਜੀ ਆਪਾਂ ਇੱਕ ਫਿਜ਼ੀਕਲ ਹੈਲਥ ਕਰਦੇ ਇੱਕ ਮੈਂਟਲ ਹੈਲਥ ਹੈ ਇਹਨਾਂ ਦੀ। ਮੈਂਟਲ ਹੈਲਥ ਜਿਹੜੇ ਬੰਦੇ ਆਉਂਦੇ ਆ ਉੱਥੇ ਬੈਂਕਿੰਗ ਚ ਮੈਨੇਜਰਸ ਲੱਗਦੇ ਹੈਗੇ ਜਾਂ ਲੋਨ ਮੈਨੇਜਰਸ ਲੱਗਦੇ ਇਹਨਾਂ ਦਾ ਨਾ ਬਿਮਾਰ ਨੇ ਮੈਂਟਲ ਇਹਨਾਂ ਵੀਕ ਹੈ ਬਹੁਤ ਜ਼ਿਆਦਾ। ਓਕੇ ਇਹਨੇ ਸੋਚ ਬਹੁਤ ਲਿਮਿਟਡ ਹੈ। ਜੇ ਆਪਾਂ ਗੱਲ ਕਰਦੇ ਆ ਨਾ ਵਿਜ਼ਨ ਦੀ ਗੱਲ ਕਰਦੇ ਆ ਕਿ ਸਰਕਾਰ ਨੂੰ ਵਿਜ਼ਨ ਚਾਹੀਦਾ ਹੈਗਾ ਜੀ ਏਦਾਂ ਹੀ ਇਹਨਾਂ ਨੂੰ ਵਿਜ਼ਨ ਚਾਹੀਦਾ ਨਾ ਵਿਜ਼ਨ ਨਹੀਂ ਹੈ। ਓਕੇ ਦੇ ਲੈਕ ਵੀ ਹੈ ਆਪਣੇ ਕੋਲ ਲਾਅ ਹੈਗਾ ਕਿ ਅਗਰ ਇਹ ਆਪਣਾ ਨੈਗੇਟਿਵ ਪ੍ਰੋਫਾਈਲ ਕਰਦੇ ਆ ਜਾਂ ਕਿਸੇ ਨੂੰ ਡਿਨਾਈ ਕਰਦੇ ਲੋਨ ਤਾਂ ਵੀ ਹੈਵ ਕੰਜ਼ਿਊਮਰ ਫੋਰਮ। ਓਕੇ ਵੀ ਸ਼ੁਡ ਫਾਈਲ ਅ ਕੰਪਲੇਂਟ ਵਿਦ ਨਾਟ ਓਨਲੀ ਵਿਦ RBI ਸਾਡੇ ਕੋਲ ਹੈਗਾ ombudsman ਹੈ then we have consumer forum then Pamando Gudatis but it is not regular practice those who are into they have the knowledge ki haan bhi kar sakte hain। I'm coming to that part ਤੁਹਾਡੇ ਚੈਨਲ ਰਾਹੀਂ ਤੁਹਾਡੇ ਇਸ ਲਾਈਵ ਦੇ ਰਾਹੀਂ ਮੈਂ ਬੈਂਕਿੰਗ ਸਿਸਟਮ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ
ਤੁਹਾਨੂੰ ਗਰੰਟੀ ਕਰਨਾ ਚਾਹੁੰਦਾ ਕਿਉਂਕਿ ਮੈਂ ਖੁਦ ਗਰੰਟਰ ਸੀਗਾ ਤਕਰੀਬਨ 700 ਲਾਇਰਸ ਦੇ ਲੋਨ ਦੇ ਉੱਤੇ। ਉਹ ਵੈਰੀ ਗੁੱਡ, ਵੈਰੀ ਗੁੱਡ। ਜਿਹਦੇ ਵੀ ਜਦੋਂ ਅਸੀਂ ਚੈਂਬਰ ਕੰਪਲੈਕਸ ਬਣਾਇਆ ਓਕੇ ਜੀ, ਤੇ ਮੈਂ ਉਦੋਂ ਸੈਕਟਰੀ ਸੀ ਬਾਰ ਦਾ ਜੀ, 2002 ਦੇ ਵਿੱਚ ਲੋਨ ਅਸੀਂ ਆਪਣੀਆਂ ਮੂਵ ਕੀਤੀਆਂ। ਓਕੇ ਜੀ। ਔਰ ਅੱਜ ਤੱਕ ਮੈਂ ਕਹਿੰਦਾ 99% ਬੰਦਿਆਂ ਨੇ ਆਪਣੇ ਲੋਨ ਟਾਈਮ ਤੇ ਜਿਨ੍ਹਾਂ ਨੇ ਥੋੜਾ ਬਹੁਤ ਡਿਫਾਲਟ ਕੀਤਾ ਫਾਈਨਲੀ ਉਹਨਾਂ ਨੇ ਵੀ ਇੰਸਟਾਲਮੈਂਟ ਥੋੜ੍ਹੀਆਂ ਪ੍ਰੋਲੋਂਗ ਕਰਕੇ ਦਿੱਤੀਆਂ। ਉਹਨਾਂ ਦੇ ਕੋਈ ਮਜਬੂਰੀ ਹੋਣੀ, ਯਾਨੀ 100% ਜਿਹੜਾ ਲਾਇਰਸ ਦੀ ਕੋਈ ਵੀ ਲਾਇਬਿਲਿਟੀ ਹੈ ਉਹ 100% ਪੇਡ ਆਊਟ ਹੁੰਦੀ ਹੈ। ਸਿਮਿਲਰਲੀ ਨਵੀਂ ਬਿਲਡਿੰਗ ਬਣੀ, ਨਵੀਂ ਬਿਲਡਿੰਗ ਦੇ ਵਿੱਚ ਵੀ ਤਕਰੀਬਨ 150 200 250 ਸੀਗਾ, 242 ਚੈਂਬਰ ਸੀਗੇ ਜਿਨ੍ਹਾਂ 'ਚ ਤਕਰੀਬਨ 208 ਨੇ ਮੇਰਾ ਖਿਆਲ ਲੋਨ ਲਿਆ ਸੀਗਾ। ਉਹਦੇ ਲਈ ਬੈਂਕ ਗਰੰਟਰ ਸੀਗਾ। ਔਰ ਅੱਜ ਤੱਕ ਕਿਸੇ ਬੈਂਕ ਦਾ ਮੈਨੂੰ ਨੋਟਿਸ ਨਹੀਂ ਆਇਆ ਹੈਗਾ ਇਨ ਪਰਸਨਲ ਕਪੈਸਿਟੀ ਕਿ ਭਾਈ ਤੁਸੀਂ ਜਾ ਕੇ ਇਹਦੇ ਵਿੱਚ ਸੀਗੇ, ਉਹ ਵੀ ਸਾਰੇ ਲੋਨ ਕੰਪਲੀਟ ਹੋਏ ਆ, ਲੋਕਾਂ ਨੇ ਆਪਣੇ ਪੈਸੇ ਆਪ ਚੁਕਾਏ ਹੈਗੇ। ਸਿਮਿਲਰਲੀ ਤੁਹਾਡੇ ਹਾਊਸਿੰਗ ਲੋਨ ਦੇ ਵਿੱਚ ਹੋ ਗਏ, ਇੰਡਸਟਰੀਅਲ ਲੋਨ ਹੋ ਗਏ ਜਾਂ ਕਿਸੇ ਟਾਈਪ ਦਾ ਲੋਨ ਅਗਰ ਕੋਈ ਲਾਇਰ ਲੈਂਦਾ ਹੈਗਾ, ਮੈਂ ਕਿਹਾ ਜਿੰਨਾ ਰਿਸਪੌਂਸਿਬਲ ਲਾਇਰ ਹੁੰਦਾ ਵਾ ਉਹਨੂੰ ਵਾਪਸ ਕਰਨ ਦੇ ਵਿੱਚ ਸ਼ਾਇਦ ਹੀ ਕੋਈ ਬਿਜ਼ਨਸਮੈਨ ਇੰਨਾ ਰਿਸਪੌਂਸਿਬਲ ਹੁੰਦਾ ਹੈ। ਸੋ ਬੈਂਕਿੰਗ ਸਿਸਟਮ ਨੂੰ ਚਾਹੀਦਾ ਹੈਗਾ ਕਿ ਜਿਹੜੇ ਲਾਇਰ ਦਾ ਪ੍ਰੋਫਾਈਲ ਚੈੱਕ ਕਰ ਲੈਣ, ਉਹਦਾ ਦੇਖ ਲੈਣ, ਜੋ ਵੀ ਐਸੈਟਸ ਜੋ ਇਹਨਾਂ ਦਾ ਬਰੀਫਿੰਗ ਹੁੰਦੀ ਹੈ, ਜੋ ਵੀ ਇਹਨਾਂ ਨੇ ਕਰਨਾ ਹੁੰਦਾ ਆਪਣੇ ਚੈੱਕ ਕਰਨੇ ਹੁੰਦੇ, KYC ਚੈੱਕ ਕਰਨੇ ਹੁੰਦੇ, ਕਰ ਲੈਣ। ਉਹ ਫਿਰ ਸਰਕਾਰਾਂ ਹੀ ਕਰਾਂਗੀਆਂ ਜੀ ਜੇ ਬਿੱਲ ਉੱਥੇ ਆਏਗਾ ਕਿ ਹਾਂ ਵੀ ਵਾਈ ਇਹਨਾਂ ਲਾਇਰਸ ਦੀ ਜਿਹੜੀ ਹੈ ਉਹ ਨੈਗੇਟਿਵ ਪ੍ਰੋਫਾਈਲ ਕਿਉਂ ਪਾਈ ਜਾਂਦੀ ਹੈ। ਇਹਨਾਂ ਮੈਂ ਤੁਹਾਨੂੰ ਗੱਲ ਕਰਾਂ, ਮੈਂ ਬੈਂਕਿੰਗ ਸੈਕਟਰ ਨਾਲ ਬਹੁਤ ਡੀਲ ਕਰਦਾ ਰਿਹਾ ਜੀ। ਇਹਨਾਂ ਨੇ 3 P's ਨੂੰ ਨੈਗੇਟਿਵ ਪ੍ਰੋਫਾਈਲ ਕੀਤਾ ਸੀਗਾ, ਪੋਲੀਟੀਸ਼ੀਅਨ, ਪ੍ਰੈਸ ਐਂਡ ਪ੍ਰੋਸੀਕਿਊਟਰਸ। ਓਕੇ ਸਰ। ਇਹਨਾਂ ਚੌਥਾ ਪਾਤਾ ਸੀ ਨਾਲ ਪੁਲਿਸਿੰਗ। ਓਕੇ ਸਰ। ਫਿਰ ਹੌਲੀ ਹੌਲੀ ਅੱਜ ਤਾਂ ਫਿਰ ਲੋਨਸ ਮਿਲਣੇ ਸਟਾਰਟ ਹੋ ਗਏ ਹੈਗੇ ਆ, ਇਹ ਨੈਗੇਟਿਵ ਪ੍ਰੋਫਾਈਲ ਚੋਂ ਬਾਹਰ ਆਣੇ ਸ਼ੁਰੂ ਹੋ ਗਏ। ਨਹੀਂ ਤਾਂ ਅੱਜ ਤੋਂ 15-20 ਸਾਲ ਪਹਿਲੇ ਤਾਂ ਨਾ ਕੋਈ ਲੋਨ ਨਹੀਂ ਸੀ ਦਿੰਦਾ। ਓਕੇ ਜੀ। ਅਸੀਂ ਬੜੀ ਲੜਾਈ ਲੜੀ ਹੈ, ਮੈਂ ਜਦੋਂ ਜਦ ਬਹੁਤ ਕੀਤੀ ਹੈ, ਮੈਂ ਬਹੁਤ ਲੋਨਸ ਦੇ ਵਾਸਤੇ ਅਸਿਸਟ ਕੀਤਾ, ਜਿਵੇਂ ਲਾਇਰਸ ਨੂੰ ਕੀਤਾ ਲੁਧਿਆਣੇ ਦੇ। ਤੇ ਇੱਦਾਂ ਹੀ ਮੈਂ ਜਿਹੜੀ ਗੱਲ ਕੀਤੀ ਹੈਗੀ ਹੈ ਉਹਦੇ ਵਿੱਚ ਬੈਂਕਿੰਗ ਸੈਕਟਰ ਨੂੰ ਇਹ ਜ਼ਰੂਰ ਚਾਹੀਦਾ ਹੈਗਾ ਕਿ ਤੁਸੀਂ ਸਿਰਫ KYC ਚੈੱਕ ਕਰਨੀ ਹੈਗੀ ਹੈ, ਤੁਸੀਂ ਰੀਪੇਮੈਂਟ ਕਪੈਸਿਟੀ ਚੈੱਕ ਕਰਨੀ ਹੈਗੀ, ਜਿਹੜਾ ਤੁਹਾਡਾ ਹੈਗਾ ਤੁਸੀਂ ਪ੍ਰੋਪਰਟੀ ਡਾਕੂਮੈਂਟ ਚੈੱਕ ਕਰਨੇ ਹੈਗੇ ਆ। ਇਸ ਤੋਂ ਬਾਅਦ ਤੁਸੀਂ ਰਿਫਿਊਜ਼ ਨਹੀਂ ਕਰ ਸਕਦੇ। ਜੇ ਤੁਸੀਂ ਰਿਫਿਊਜ਼ ਕਰਦੇ ਹੋ ਤਾਂ ਦੈਨ ਯੂ ਕੈਨ ਬੀ ਹੈਲਡ ਰਿਸਪੌਂਸਿਬਲ ਫॉर द ਇਲੀਗਲ ਐਕਟ ਆਫ ਯੂਜ਼। ਮੇਰਾ ਹੁਣ ਲਾਸਟ ਸਵਾਲ ਹੈ ਜੀ, ਬੜਾ ਤੁਸੀਂ ਟਾਈਮ ਦਿੱਤਾ ਮੈਨੂੰ। ਮੇਰਾ ਹੁਣ ਜਿਹੜੇ ਸਾਡੇ ਗੱਲ ਕਰੀਏ ਵਕੀਲ ਭਾਈਚਾਰੇ ਦੀ, ਠੀਕ ਹੈ ਜੀ, ਪੰਜਾਬ ਦੀ ਗੱਲ ਕਰੀਏ, 55,000 ਜਿਵੇਂ ਤੁਸੀਂ ਦੱਸਿਆ ਕਿ ਸਾਡੀ ਸਟਰੈਂਥ ਹੈਗੀ ਹੈ ਪੰਜਾਬ ਦੇ ਵਿੱਚ ਲਾਇਰਸ ਦੀ। ਵਟ ਯੂ ਡਿਲੀਵਰ ਦਾ ਮੈਸੇਜ ਟੂ ਦਾ ਜਿਹੜੇ ਲਾਇਰਸ ਆ ਸਾਡੇ, ਕਿ ਪੰਜਾਬ ਦੇ ਇਲੈਕਸ਼ਨ ਵੀ ਹੈ ਜੀ, ਇਹ ਮੌਕਾ ਹੈ 5 ਸਾਲ ਬਾਅਦ ਆਉਣਾ, ਤੇ ਕੀ ਮੈਸੇਜ ਡਰਾ ਕਰਦੇ ਕਿ ਹਾਂ ਵੀ ਸਾਨੂੰ ਜਿਹੜੀ ਹੈ, ਕਿਉਂਕਿ ਦੇਖੋ ਜਿਹੜਾ ਐਡਵੋਕੇਟ ਹੈ ਜੀ, ਹੁਣ ਮੈਂ ਫਿਰ ਉਹੀ ਸਵਾਲ ਮੈਂ ਰਿਪੀਟ ਕਰਦਾ ਜੀ ਕਿ ਜਿਹੜਾ ਸੁਸਾਇਟੀ ਮੁਹੱਲੇ ਦੇ ਵਿੱਚ ਹਰ ਆਦਮੀ ਜਿਹੜਾ ਜਿੱਥੇ ਵੀ ਸੁਸਾਇਟੀ 'ਚ ਕੋਈ ਵਕੀਲ ਸਾਹਿਬ ਰਹਿੰਦੇ ਆ ਉਹਨੂੰ ਜ਼ਰੂਰ ਇੱਕ ਵਾਰੀ ਸਲਾਹ ਕਰਦੇ ਆ ਜੀ। ਇਹ ਮੈਂ ਚਾਹਨਾ ਤੁਸੀਂ ਮੈਸੇਜ ਕੀ ਦਿੰਦੇ ਸਾਡੇ ਵਕੀਲ ਭਾਈਚਾਰੇ ਨੂੰ? ਮੇਰਾ ਮੈਸੇਜ ਤਾਂ ਤੁਹਾਨੂੰ ਸਾਰਿਆਂ ਨੂੰ, ਆਪਣੇ ਭਰਾ ਨੂੰ, ਆਪਣੇ ਫੈਮਿਲੀ ਨੂੰ, ਆਪਣੇ ਪਰਿਵਾਰ ਨੂੰ ਸਿੰਪਲ ਹੈਗਾ ਵਾ, ਭੈਣਾਂ ਨੂੰ, ਸਾਡਿਆਂ ਨੂੰ, ਕਿ ਭਾਈ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਕਿ ਡਿਵੈਲਪਮੈਂਟ ਕਿਹੜੀ ਪਾਰਟੀ ਕਰ ਸਕਦੀ ਹੈ, ਕਿਹੜੀ ਪਾਰਟੀ ਦਾ ਵਿਜ਼ਨ ਹੈਗਾ ਵਾ, ਤੇ ਕਿਹੜੀ ਪਾਰਟੀ ਹੈਗੀ ਹੈ ਜਿਹੜੀ ਡਿਲੀਵਰ ਕਰ ਸਕਦੀ ਹੈ। ਇਸ ਤੋਂ ਬਾਅਦ ਮੈਂ ਕੋਈ ਨਹੀਂ ਕਹਿੰਦਾ, ਕਿਉਂਕਿ ਰੀਜ਼ਨ ਮੀਨ ਕਿ ਜਦੋਂ ਮੈਂ ਹੁਣ ਕਿਉਂ ਗੱਲ ਕਰਦਾ, ਪਾਰਟੀ ਦੀ ਗੱਲ ਕਰਦਾ ਤਾਂ ਵਕੀਲ ਭਾਈਚਾਰੇ ਦੀ ਗੱਲ ਕਰਦਾ, ਤਾਂ ਪੰਜਾਬ ਦੇ ਵਿੱਚ ਜਿੰਨੇ ਜੁਡੀਸ਼ੀਅਲ ਕੰਪਲੈਕਸ ਬਣੇ ਆ ਉਹਦਾ ਧਿਆਨ ਦਿਓ ਕਿੰਨੇ ਬਣਾਏ, ਜਿੰਨੇ ਡਿਵੈਲਪਮੈਂਟ ਲਾਇਰਸ ਦੇ ਨੰਬਰਸ ਦੀ ਹੋਈ ਹੈ ਕਿੰਨੇ ਕੀਤੀ ਹੈਗੀ। ਮੈਨੂੰ ਆਪਣਾ ਯਾਦ ਹੈ ਕਿ 2000 ਦੇ ਵਿੱਚ, ਸੰਨ 2001 ਦੇ ਵਿੱਚ 4 ਕਰੋੜ ਰੁਪਇਆ ਲੁਧਿਆਣਾ ਬਾਹਰ ਨੂੰ ਆਇਆ ਸੀਗਾ। ਓਕੇ ਜੀ। ਆ ਬਿਲਡਿੰਗ ਖੜਾ ਕਰਨ ਵਾਸਤੇ। ਓਕੇ ਜੀ। ਉਸ ਤੋਂ ਬਾਅਦ ਤਕਰੀਬਨ 55 ਲੱਖ ਰੁਪਇਆ ਬਾਦਲ ਸਾਹਿਬ ਸਾਨੂੰ ਦੇ ਗਏ ਲੁਧਿਆਣੇ ਬਾਅਦ ਦੀ ਡਿਵੈਲਪਮੈਂਟ ਵਾਸਤੇ 2007-08 ਦੇ ਵਿੱਚ। ਓਕੇ ਜੀ। ਫਿਰ ਜਿਹੜਾ ਨਵੇਂ ਸਾਡੇ ਚੈਂਬਰ ਕੰਪਲੈਕਸ ਬਣਿਆ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ 2 ਕਰੋੜ ਸਾਡੀ 2 ਕਰੋੜ ਦੀ ਐਪਲੀਕੇਸ਼ਨ ਸਾਡੀ ਆਰਡਰ ਲੱਗੀ ਹੋਈ ਹੈ, ਜਿਹੜਾ ਕਿ ਡਿਲੀਵਰ ਹੋਣਾ ਹੈ, ਕਿਉਂਕਿ ਪਾਰਟੀ ਬਦਲ ਗਈ, ਇਲੈਕਸ਼ਨ ਹੋ ਗਿਆ, ਗਵਰਨਮੈਂਟ ਬਦਲ ਗਈ, ਫਾਰਮੇਸ਼ਨ ਬਦਲ ਗਈ, ਤੇ ਗਵਰਨਮੈਂਟ ਨੇ ਸਾਨੂੰ ਹਾਲੇ ਤੱਕ ਰਿਲੀਜ਼ ਨਹੀਂ ਕੀਤਾ ਹੈਗਾ। ਓਕੇ। ਇੱਦਾਂ ਹੀ ਮੈਨੂੰ ਪਤਾ ਹੈਗੀਆਂ ਨੇ ਬਹੁਤ ਸਾਰੀਆਂ 12 ਹੈਗੀਆਂ ਜਿੱਥੇ ਨਵੀਆਂ ਬਿਲਡਿੰਗਸ ਬਣੀਆਂ ਨੇ, ਲੇਕਿਨ ਉਹਨਾਂ ਦਾ ਜਿਹੜਾ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਹੈਗਾ। ਇੱਕ ਵਿਜ਼ਨ ਹੁੰਦਾ ਵੈ, ਤੇ ਇਹੀ ਜਿਹੜਾ ਮੈਂ ਤੁਹਾਨੂੰ ਬੇਨਤੀ ਲਾਉਣੀ ਚਾਹੁੰਦਾ ਸਾਰਿਆਂ ਨਾਲ, ਭਾਈਚਾਰਿਆਂ ਨੂੰ, ਕਿ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਸਾਰੇ ਦੇ ਸਾਰੇ ਇੱਕ ਧੜਾ ਬਣਾ ਲਈਏ ਕਿ ਜਿਹੜਾ ਵਕੀਲਾਂ ਵਾਸਤੇ, ਲਾਇਰਸ ਪਰਿਵਾਰਾਂ ਵਾਸਤੇ, ਸਾਡੇ ਪਰਿਵਾਰਾਂ ਵਾਸਤੇ ਕੋਈ ਚੰਗਾ ਰੋਲ ਮਾਡਲ ਪਾਰਟੀ ਬਣਦੀ ਜਾਂ ਪ੍ਰੋਮਿਸ ਕਰਦੀ ਹੈ। ਮੈਨੀਫੈਸਟੋ ਦੇ ਵਿੱਚ ਕੋਈ ਐਫੀਡੇਵਿਟ ਦਿੰਦੀ ਹੈ ਕਿ ਅਸੀਂ ਇਹ ਕਰਾਂਗੇ। ਦੇਖੋ ਮੈਨੀਫੈਸਟੋ ਵਾਸਤੇ ਅਸੀਂ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਨੇ ਰਿਕੁਐਸਟ ਲੈਟਰ ਭੇਜੀ ਹੈ ਕਿ ਮੈਨੀਫੈਸਟੋ ਇਲੈਕਸ਼ਨ ਕਮਿਸ਼ਨ ਨੂੰ ਕਿ it be declared as a legal document. Oh, very good, very good. Once it is declared as a legal document,
ਫਿਰ ਪਾਰਟੀ ਜਿਹੜੀ ਮਰਜ਼ੀ ਹੋਵੇ ਉਹਨੂੰ ਮੈਨੀਫੈਸਟੋ ਪੂਰਾ ਕਰਨਾ ਪੈਣਾ। ਫੰਡਸ ਕਿੱਥੋਂ ਆਣੇ ਆ, ਕਿੱਥੇ ਜਾਣੇ ਆ, ਕਿੱਥੋਂ ਮਤਲਬ ਜਨਰੇਟ ਹੋਣੇ ਆ, ਕਿੱਥੇ ਖਰਚ ਹੋਣੇ ਆ, ਇਹਦੇ ਵਾਸਤੇ ਵੀ ਇੱਕ ਵਿਜ਼ਨ ਚਾਹੀਦਾ ਹੈਗਾ। ਉਹਦੇ ਵਿੱਚੋਂ ਲਾਇਰਸ ਵਾਸਤੇ ਕੀ ਹੈਗਾ ਵਾ, ਉਹਦੇ ਲਈ ਵਿਜ਼ਨ ਚਾਹੀਦਾ ਹੈ। ਹਰ ਇੱਕ ਬੰਦਾ ਲਾਇਰਸ, ਮੈਂ ਟਾਕ ਅਬਾਊਟ ਲਾਇਰਸ, ਬਟ ਇਹ ਤੋਂ ਇਲਾਵਾ ਚਾਹੇ ਇੰਜੀਨੀਅਰ ਹੈ, ਚਾਹੇ ਡਾਕਟਰਸ ਹੈਗੇ ਹੈ, ਚਾਹੇ ਬਿਜ਼ਨਸਮੈਨ ਹੈ, ਚਾਹੇ ਕੋਈ ਹੈਗਾ, ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਨਾ ਉਹਨਾਂ ਨੇ ਡਿਸਕਸ ਕਰਨਾ ਹੈਗਾ ਕਿੱਥੋਂ ਅਸੀਂ, ਕਿਉਂਕਿ ਸਾਡੀ ਇਨਕਮ ਕਿੱਥੋਂ, ਬਿਲਕੁਲ ਸਾਡੀ ਇਨਕਮ ਇਹਦਾ ਜਾਂ ਤਾਂ ਖੇਤੀ ਤੋਂ ਹੈਗੀ ਹੈ, ਫਾਰਮਰਸ ਕੋਲ ਜਾਂ ਸਾਡੀ ਪ੍ਰੋਫੈਸ਼ਨਲ ਇਨਕਮ, ਜਾਂ ਸਾਡੀ ਜਨਰੇਟ ਹੁੰਦੀ ਹੈਗੀ ਇੰਡਸਟਰੀ ਕੋਲ। ਬਿਲਕੁਲ ਜੀ। ਜੇ ਟ੍ਰੇਡ ਇੰਡਸਟਰੀ ਦਾ ਵਾਧਾ ਹੁੰਦਾ, ਅੱਗੇ ਵਾਧਾ ਹੈਗਾ ਸਾਡਾ ਐਗਰੀਕਲਚਰ ਸੈਕਟਰ ਕੇ ਵਾਧਾ, ਤਾਂ ਲਾਇਰਸ ਜਿਹੜੇ ਹੈਗੇ ਆ ਇਵਨ ਦੇ ਵੀ ਲਰਨ ਫਰਮ ਇਟ। ਮੇਰੀ ਇੰਨੀ ਬੇਨਤੀ ਹੈਗੀ ਹੈ ਕਿ ਜਿਹੜੇ ਇਹ ਚੀਜ਼ਾਂ ਨੂੰ ਪ੍ਰਮੁੱਖ ਰੱਖਦੀ ਹੈਗੀ ਹੈ ਤੇ ਜਿਹੜਾ ਅੱਗੇ ਵਿਜ਼ਨ ਨਾਲ ਕੰਮ ਕਰਦੀ ਹੈ, ਉਹ ਜਿਹੜਾ ਪਾਰਟੀ ਦਾ ਲੀਡਰ ਜਿਹੜਾ ਹੈਗਾ ਐਂਡ ਹੂ ਇਜ਼ ਕੈਪੇਬਲ ਆਫ ਡਿਲੀਵਰਿੰਗ, Exactly. I'm saying Exactly. who is not a remote control, Those who have the capacity to the deliver. capacity to deliver, Okay. that has to be, ਤੁਸੀਂ ਕਿਸੇ ਪਾਰਟਨਰ ਨੂੰ ਤੁਹਾਡੀ ਐਫੀਲੀਏਸ਼ਨ ਹੋ ਸਕਦੀ ਹੈ, ਬਿਲਕੁਲ yes, ਲੇਕਿਨ ਹਾਂ, ਐਫੀਲੀਏਸ਼ਨ ਉੱਤੇ ਉੱਠ ਕੇ ਪਹਿਲੇ ਆਪਾਂ ਪੰਜਾਬ ਬਾਰੇ ਸੋਚੀਏ, yes, ਪੰਜਾਬੀਅਤ ਬਾਰੇ ਸੋਚੀਏ, ਫਿਰ ਵਕੀਲ ਫਿਰ ਭਾਈਚਾਰਾ, ਆਪਣੇ ਪਰਿਵਾਰ ਬਾਰੇ ਸੋਚੀਏ। ਇਹਦੇ ਬਾਰੇ ਸੋਚ ਕੇ, ਚਾਹੇ ਉਹ ਐਜੂਕੇਸ਼ਨ ਸੈਕਟਰ ਹੈ, ਮੈਡੀਕਲ ਸੈਕਟਰ ਹੈਗਾ ਵਾ, ਚਾਹੇ ਸਾਡਾ ਜਿਹੜਾ ਮੈਂ এনवायरमेंट ਸੈਕਟਰ ਹੈਗਾ, ਮੈਂ ਹਰ ਇੱਕ ਚੀਜ਼ ਨੂੰ ਕਰਦਾ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਐਵਰੀਥਿੰਗ ਇੰਕਲੂਡਡ, okay, ਉਹਦੇ ਬਾਰੇ ਸੋਚ ਕੇ ਆਪਾਂ ਜਿਹੜੀ ਹੈਗੀ ਇਸ ਵੋਟ ਪਾਈਏ ਤਾਂ ਜੋ ਇੱਕ ਸਟੇਬਲ ਗਵਰਨਮੈਂਟ ਦੀ ਫਾਰਮੇਸ਼ਨ ਹੋ ਸਕੇ ਤੇ ਉਹ ਗਵਰਨਮੈਂਟ ਦੇ ਵਿੱਚ ਅਸੀਂ ਸਾਰੇ ਆਪਣੀ ਹਿੱਸੇਦਾਰੀ ਪਾ ਸਕੀਏ। ਬਿਲਕੁਲ। ਥੈਂਕ ਯੂ ਵੈਰੀ ਮਚ, ਬਹੁਤ ਅੱਛਾ ਲੱਗਿਆ ਜੀ, ਤੁਸੀਂ ਮੈਨੂੰ ਯੂ ਹੈਵ ਗਿਵਨ ਦੀ ਦ ਕੁਆਲਿਟੀ ਟਾਈਮ, ਸੋ ਨਾਈਸ, ਥੈਂਕ ਯੂ ਵੈਰੀ ਮਚ।